नशे तो पीड़ित ने परिवार ਜਾਂ खुद ਉਹਨਾਂ ਨੇ ਕਿਹਾ ਕਿ ਅਸੀਂ ਕੋਸ਼ਿਸ਼ਾਂ ਬੜੀਆਂ ਕਰ ਲਈਆਂ ਪਰ ਸਾਡਾ ਜਿਹੜਾ ਮਨ ਹੈਗਾ ਨਸ਼ਾ ਛੱਡਣ ਬਾਬਤ ਬਣ ਹੀ ਨਹੀਂ ਰਿਹਾ। हर रोज़ असी ये कोशिश करते हैं कि अज असी आखिरी डोज लई है तो कल असी छड्ड देना है, पर कदों जिहड़ा असी अगले दिन अगली डोज लै लैंदे सानूं खुद नहीं पता लगता। नवा नुस्खा ਤੁਹਾਨੂੰ ਅੱਜ ਦੱਸਣ ਜਾ ਰਹੇ ਹਾਂ ਵੀ ਜਿਹਦੇ ਨਾਲ ਬੱਚਿਆਂ ਦਾ ਮਨ ਵੀ ਬਣੇਗਾ ਤੇ ਉਹ ਉਸ ਨਸ਼ੇ ਦੀ ਦਲਦਲ ਤੋਂ ਬਾਹਰ ਵੀ ਨਿਕਲ ਸਕਦੇ ਨੇ। ਇੱਥੇ ਇਲਾਇਚੀਆਂ ਰੱਖੀਆਂ ਨੇ, ਦਾਲਚੀਨੀ ਹੈ ਤੇ ਇਹ ਹਲਦੀ ਬੜੀ ਪੀਲੀ ਜੀ। ਕਿਹੜੀ ਹਲਦੀ ਹੈ? ਇਹ ਸਰ ਅੰਬਾ ਹਲਦੀ ਹੈ ਜੀ। ਇਹ ਆਪਾਂ ਨੇ ਹਲਦੀ ਜਿਹੜੀ ਲੈਣੀ ਹੈ ਉਹ ਅੰਬਾ ਹਲਦੀ ਲੈਣੀ ਹੈ। ਉਹ ਕੀ ਫਰਕ ਹੁੰਦਾ ਜੀ ਆਮ ਤੇ ਅੰਬਾ ਹਲਦੀ 'ਚ? ਦੇਖੋ ਅੰਬਾ ਹਲਦੀ ਦੀ ਜਿਹੜੀ ਤਾਕਤ ਹੈ ਨਾ ਉਹ ਆਮ ਹਲਦੀ ਨਾਲੋਂ ਕਈ ਜ਼ਿਆਦਾ ਹੈ। ਕਿਉਂਕਿ ਤਾਂ ਕਾਮਨੀ ਦੀਆਂ ਗੋਲੀਆਂ ਹੀ ਬਹੁਤ ਖਾਈ ਜਾਂਦੇ ਨੇ, ਬਹੁਤ ਜ਼ਿਆਦਾ। ਮਤਲਬ ਉਸ ਚੀਜ਼ ਨੂੰ ਦੇਖ ਕੇ ਇੱਕ ਮਨ ਦੇ ਵਿੱਚ ਵੀ ਇੱਕ ਬੜੀ ਉਦਾਸੀਨਤਾ ਹੋਈ ਵੀ ਸਾਡਾ ਪੰਜਾਬ ਜਾ ਕਿੱਧਰ ਨੂੰ ਰਿਹਾ। ਜਿਹੜੇ ਨਸ਼ੇੜੀ ਨੇ ਜਾਂ ਜਿਨ੍ਹਾਂ ਨੂੰ ਇਹ ਨਸ਼ੇ ਦਾ ਰੋਗ ਲੱਗ ਗਿਆ ਉਹਨਾਂ ਨੂੰ ਬਹੁਤ ਹਾਈ ਲੈਵਲ ਦੀ એનર્ਜੀ ਹੈ ਜਿਹੜੀ ਉਹ ਚਾਹੀਦੀ ਹੁੰਦੀ ਹੈ। ਤੇ ਉਹ ਤੇ ਲੌਂਗ ਕੀ ਕਰਨਗੇ ਜੇ ਤੁਸੀਂ ਲੌਂਗ ਰੱਖੇ ਨੇ? ਇੱਕ ਜਾਂ ਦੋ ਲੌਂਗ ਤੁਸੀਂ ਇਹ ਲੈ ਲਓ ਤੇ ਇੱਕ ਪਾਸੇ ਤੁਸੀਂ ਅੱਧਾ ਕਿਲੋ ਮਟਨ ਲੈ ਲਓ। ਅੱਛਾ ਜੀ, ਠੀਕ ਹੈ ਜੀ। ਜੋ ਤੁਹਾਡੀ ਬੋਡੀ ਦੇ ਵਿੱਚ ਅੱਧਾ ਕਿਲੋ ਮਟਨ ਨੇ એનર્ਜੀ ਦੇਣੀ ਹੈ ਉਹੀ એનર્ਜੀ ਤੁਹਾਨੂੰ ਇਹਨਾਂ ਦੋ ਲੌਂਗਾਂ ਨੇ ਦੇ ਦੇਣੀ ਹੈ। ਉਹਦੇ ਇਕੁਅਲ ਇਹ ਦੋ ਲੌਂਗ ਨੇ। ਸਾਡੇ ਕੋਲੇ ਪੇਸ਼ੈਂਟ ਆਂਦਾ ਹੈ ਨਾ ਜਦੋਂ, ਉਹ ਸਾਨੂੰ ਕਹਿੰਦਾ ਡਾਕਟਰ ਸਾਹਿਬ ਮੈਂ ਨਸ਼ਾ ਕਰਦਾ। ਉਹ ਮੈਂ ਕਿਹਾ ਤੂੰ ਐ ਨਹੀਂ ਕਹਿਣਾ ਹੁਣ ਵੀ ਮੈਂ ਨਸ਼ਾ ਕਰਦਾ, ਤੂੰ ਅੱਜ ਤੋਂ ਬਾਅਦ ਇਹ ਕਹੇਗਾ ਮੈਂ ਨਸ਼ਾ ਕਰਦਾ ਸੀ। ਆਪਾਂ ਨੇ ਇੱਕ ਗਲਾਸ ਦੁੱਧ ਦਾ ਪੂਰਾ ਭਰ ਲਿਆ ਇਹ ਜੀ। ਇਸ ਨੂੰ ਭਰਨ ਤੋਂ ਬਾਅਦ ਆਪਾਂ ਨੇ ਇਹਨੂੰ ਗੈਸ ਦੇ ਉੱਤੇ ਰੱਖ ਦੇਣਾ ਕਿਸੇ ਪਿੱਤਲ ਦੇ ਬਰਤਨ ਦੇ ਵਿੱਚ, ਜਿਹਨੂੰ ਆਪਾਂ ਨੇ ਅੰਦਰ ਕਲੀ ਕਰ ਲੈਂਦੇ ਆਪਾਂ। ਕਲੀ ਵਾਲਾ ਬਰਤਨ? ਕਲੀ ਵਾਲਾ ਬਰਤਨ, ਠੀਕ ਹੈ ਜੀ। ਉਸ ਤੋਂ ਬਾਅਦ ਇਲਾਇਚੀ ਹੁੰਦੀ ਹੈ, ਦੇਖੋ ਤੁਹਾਨੂੰ ਪਤਾ ਹੀ ਹੈ ਠੰਡੀ ਹੁੰਦੀ ਹੈ ਜੀ ਜੀ। ਤਾਂ ਇਹ ਆਪਾਂ ਤਾਂ ਇਸਤੇਮਾਲ ਕਰਨੀ ਹੈ ਵੀ ਤਾਂ ਕਿ ਸਰੀਰ ਦੇ ਵਿੱਚ ਆਪੇ ਨੇ ਜਿਹੜੀ ਹੈਗੀ ਆ ਉਹ ਠੰਡਕ ਬਣੀ ਰਹੇ ਪ੍ਰੋਪਰ ਤਰੀਕੇ ਨਾਲ। ਤੁਹਾਨੂੰ ਉਸ ਲੜਕੇ ਦਾ ਨੰਬਰ ਦਿੰਨਾ, ਠੀਕ ਹੈ। ਤੁਸੀਂ 5 ਦਿਨਾਂ ਬਾਅਦ, 3 ਦਿਨਾਂ ਬਾਅਦ, 4 ਦਿਨਾਂ ਬਾਅਦ ਜਦੋਂ ਵੀ ਤੁਹਾਨੂੰ ਲੱਗੇ ਤੁਸੀਂ ਉਸ ਮੁੰਡੇ ਨੂੰ ਫੋਨ ਕਰਕੇ ਪੁੱਛੋ ਵੀ ਭਾਈ ਜਦੋਂ ਦੀ ਤੈਨੇ ਡਾਕਟਰ ਤੋਂ ਦਵਾਈ ਲਿੱਤੀ ਹੈ ਤੈਨੇ ਉਸ ਤੋਂ ਬਾਅਦ ਕਾਮਨੀ ਗੋਲੀ ਖਾਈ ਹੈ? ਮਨ ਵੀ ਬਣਾ ਲਿਆ, ਤੁਹਾਡੇ ਵਾਲਾ ਨੁਸਖਾ ਵੀ ਅਜ਼ਮਾ ਲਿਆ, ਕਾਉਂਸਲਿੰਗ ਵੀ ਕਰਾ ਲਈ ਤੇ ਹੱਦ ਦਰਜੇ ਦਾ ਟ੍ਰੀਟਮੈਂਟ ਵੀ ਕਰਾ ਲਿਆ, ਨਸ਼ਾ ਛਡਾਊ ਕੇਂਦਰ 'ਚ ਵੀ ਭਰਤੀ ਹੋ ਗਏ, ਮਾਨਸਿਕ ਤੌਰ ਤੇ ਵੀ ਅਸੀਂ ਸ਼ੋਸ਼ਣ ਕਲਾ ਲਿਆ, ਆਰਥਿਕ ਤੌਰ ਤੇ ਵੀ ਪਰਿਵਾਰ ਸਾਰਾ ਪਛੜ ਗਿਆ, ਪਰ ਨਸ਼ਾ ਤਾਂ ਫੇਰ ਨਹੀਂ ਛੁੱਟ ਰਿਹਾ ਜੀ। ਇਹ ਸਾਡੇ ਕੋਲੇ ਦਵਾਈ ਹੁੰਦੀ ਹੈ ਜਿਹੜੀ ਕਿ ਅਸੀਂ ਪੇਸ਼ੈਂਟ ਨੂੰ ਇਹ ਦੇਖੋ ਸਲਾਮ, ਨਮਸਤੇ, ਸਤਿ ਸ਼੍ਰੀ ਅਕਾਲ। ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ। ਤੁਹਾਡੇ ਨਾਲ ਮੈਂ ਹਾਂ ਕਾਸਿਫ ਫਾਰੂਕੀ। ਇਸ ਵੇਲੇ ਪੂਰੇ ਮੁਲਕ ਦੇ ਵਿੱਚ ਖਾਸ ਕਰਕੇ ਜੇਕਰ ਅਸੀਂ ਉੱਤਰੀ ਭਾਰਤ ਦੀ ਗੱਲ ਕਰੀਏ ਤਾਂ ਜਿਹੜਾ ਨਸ਼ੇ ਦਾ ਪ੍ਰਕੋਪ ਹੈ ਉਹ ਲਗਾਤਾਰ ਵੱਧ ਰਿਹਾ ਹੈ। ਸੱਥਾਂ ਦੇ ਵਿੱਚ ਕਦੇ ਗੱਲਾਂ ਹੁੰਦੀਆਂ ਸੀ ਸਿਆਸਤ ਦੀਆਂ, ਕਦੇ ਗੱਲਾਂ ਹੁੰਦੀਆਂ ਸੀ ਧਾਰਮਿਕ ਤੇ ਕਦੇ ਗੱਲਾਂ ਹੁੰਦੀਆਂ ਸੀ ਪਰਿਵਾਰਾਂ ਦੀਆਂ, ਪਰ ਇਸ ਵੇਲੇ ਪਿੰਡਾਂ ਦੀਆਂ ਸੱਥਾਂ ਦੇ ਵਿੱਚ, ਸ਼ਹਿਰ ਦੇ ਚੌਂਕਾਂ ਦੇ ਵਿੱਚ ਤੇ ਅਸੀਂ ਕਹਿ ਲਈਏ ਕਿ ਗਲੀ ਗਲੀ ਨੁੱਕੜੇ ਨੁੱਕੜੇ ਇੱਕੋ ਹੀ ਚਰਚਾ ਹੈ ਜਿਹੜੀ ਉਹ ਹੋ ਰਹੀ ਹੈ ਕਿ ਫਲਾਣੇ ਦਾ ਮੁੰਡਾ ਤੇ ਫਲਾਣੇ ਦੀ ਕੁੜੀ ਇਸ ਵੇਲੇ ਨਸ਼ੇ ਦੇ ਵਿੱਚ ਲਗਾਤਾਰ ਗਲਤਾਨ ਹੋ ਰਹੇ ਨੇ। ਹਮੇਸ਼ਾ ਹੀ ਇੱਕ ਗੱਲ ਸਾਡੇ ਮਨ ਦੇ ਵਿੱਚ ਜਿਹੜੀ ਉਹ ਰਹਿੰਦੀ ਹੈ ਕਿ ਇਸ ਚੀਜ਼ ਤੋਂ ਅਸੀਂ ਕਿਵੇਂ ਖੁਦ ਨੂੰ ਬਚਾਉਣਾ ਹੈ, ਕਿਵੇਂ ਆਪਣੇ ਬੱਚਿਆਂ ਨੂੰ ਬਚਾਉਣਾ ਹੈ ਤੇ ਜਿਹੜੇ ਬੱਚੇ ਲੱਗ ਚੁੱਕੇ ਨੇ ਉਹਨਾਂ ਨੂੰ ਅਸੀਂ ਕਿਵੇਂ ਬਚਾਉਣਾ ਹੈ। ਪਿਛਲੀ ਵੀਡੀਓ ਅਸੀਂ ਤੁਹਾਡੇ ਨਾਲ ਸਾਂਝੀ ਕੀਤੀ ਸੀ ਜਿਸ ਵੀਡੀਓ ਦੇ ਵਿੱਚ ਅਸੀਂ ਅਜਵਾਇਣ ਵਾਲੇ ਪਾਣੀ ਦਾ ਜਿਹੜਾ ਸੇਵਨ ਕਰਨ ਬਾਬਤ ਤੁਹਾਨੂੰ ਦੱਸਿਆ ਸੀ ਕਿ ਕਿਸ ਤਰੀਕੇ ਨਾਲ ਉਹ ਨਸ਼ਾ ਛੱਡਣ ਦੇ ਵਿੱਚ ਥੋੜੀ ਜਿਹੜੀ ਸਹਾਇਤਾ ਕਰ ਸਕਦਾ ਹੈ। ਪਰ ਉਹ ਜਦੋਂ ਅਸੀਂ ਵੀਡੀਓ ਪਾਈ, ਵੀਡੀਓ ਪਾਉਣ ਤੋਂ ਬਾਅਦ ਬਹੁਤ ਸਾਰੇ ਫੋਨ ਕਾਲ, ਬਹੁਤ ਜ਼ਿਆਦਾ ਜਿਹੜੇ ਸਾਨੂੰ ਈਮੇਲਸ ਮਿਲੇ ਜਿਸ ਦੇ ਵਿੱਚ ਜਿਹੜੇ ਇਸ ਨਸ਼ੇ ਤੋਂ ਪੀੜਤ ਨੇ ਪਰਿਵਾਰ ਜਾਂ ਖੁਦ, ਉਹਨਾਂ ਨੇ ਕਿਹਾ ਕਿ ਅਸੀਂ ਕੋਸ਼ਿਸ਼ਾਂ ਬੜੀਆਂ ਕਰ ਲਈਆਂ ਪਰ ਸਾਡਾ ਜਿਹੜਾ ਮਨ ਹੈਗਾ ਨਸ਼ਾ ਛੱਡਣ ਬਾਬਤ ਬਣ ਹੀ ਨਹੀਂ ਰਿਹਾ। ਹਰ ਰੋਜ਼ ਅਸੀਂ ਇਹ ਕੋਸ਼ਿਸ਼ ਕਰਦੇ ਹਾਂ ਕਿ ਅੱਜ ਅਸੀਂ ਆਖਰੀ ਡੋਜ਼ ਲਈ ਹੈ ਤੇ ਕੱਲ ਅਸੀਂ ਛੱਡ ਦੇਣਾ ਹੈ, ਪਰ ਕਦੋਂ
ਜਿਹੜਾ ਅਸੀਂ ਅਗਲੇ ਦਿਨ ਅਗਲੀ ਡੋਜ਼ ਲੈ ਲੈਂਦੇ ਹਾਂ, ਸਾਨੂੰ ਖੁਦ ਨਹੀਂ ਪਤਾ ਲੱਗਦਾ। ਇਸ ਬਾਬਤ ਗੱਲਬਾਤ ਕਰਨ ਦੇ ਲਈ ਅੱਜ ਅਸੀਂ ਪਹੁੰਚੇ ਹਾਂ ਡਾਕਟਰ ਗੁਪਤਾ ਕੋਲ, ਜਿਨ੍ਹਾਂ ਦਾ ਬਹੁਤ ਵੱਡਾ ਤਜਰਬਾ ਹੈ। ਉਹ ਕਹਿੰਦੇ ਕਿ ਮਨ ਤਾਂ ਬਹੁਤ ਦੂਰ ਦੀ ਗੱਲ, ਜਿਹੜਾ ਨੁਸਖਾ ਅੱਜ ਤੁਹਾਡੇ ਨਾਲ ਉਹ ਸਾਂਝਾ ਕਰਨ ਲੱਗੇ ਨੇ, ਇਸ ਨੁਸਖੇ ਨਾਲ ਉਹ ਨਸ਼ੇ ਵੱਲ ਝਾਕੇਗਾ ਵੀ ਨਹੀਂ, ਨਸ਼ੇੜੀਆਂ ਤੋਂ ਉਸ ਨਸ਼ੇੜੀ ਨੂੰ ਨਫ਼ਰਤ ਹੋ ਜਾਏਗੀ। ਗੱਲਬਾਤ ਕਰ ਲੈਂਦੇ ਹਾਂ, ਪਹਿਲਾਂ ਸ਼ੁਰੂਆਤ ਕਰ ਲੈਂਦੇ ਹਾਂ। ਡਾਕਟਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਹਕੀਕਤ ਟੀਵੀ ਪੰਜਾਬੀ 'ਚ। ਨਮਸਕਾਰ ਜੀ, ਬਹੁਤ ਬਹੁਤ ਤੁਹਾਡਾ। ਡਾਕਟਰ ਸਾਹਿਬ, ਪਿਛਲਾ ਤੁਹਾਡਾ ਨੁਸਖਾ ਹੈਗਾ ਉਹ ਕਾਫੀ ਵਾਇਰਲ ਹੋਇਆ, ਬਹੁਤ ਲੋਕਾਂ ਨੇ ਪਸੰਦ ਵੀ ਕੀਤਾ, ਤੇ ਉਸ ਤੋਂ ਬਾਅਦ ਸਾਡੇ ਕੋਲ ਬਹੁਤ ਜ਼ਿਆਦਾ ਫੋਨ ਕਾਲ ਈਮੇਲਸ ਆਏ ਕਿ ਇਹ ਨੁਸਖਾ ਤਾਂ ਬਹੁਤ ਵਧੀਆ ਹੈ, ਪਰ ਸਾਡਾ ਮਨ ਹੀ ਨਹੀਂ ਬਣ ਰਿਹਾ, ਸਾਡਾ ਹਜੇ ਮਨ ਹੀ ਨਹੀਂ ਹੈ ਨਸ਼ਾ ਛੱਡਣ ਦਾ। ਤੇ ਉਹ ਮਨ ਕਿਵੇਂ ਬਣੇ? ਕਿਉਂਕਿ ਹਰ ਨਸ਼ੇੜੀ ਇਹੀ ਸੋਚਦਾ ਕਿ ਅੱਜ ਮੈਂ ਆਖਰੀ ਵਾਰ ਇੰਜੈਕਟ ਕਰ ਰਿਹਾ, ਆਖਰੀ ਵਾਰ ਭੁੱਕੀ ਖਾ ਰਿਹਾ, ਆਖਰੀ ਵਾਰ ਅਫੀਮ ਖਾ ਰਿਹਾ, ਆਖਰੀ ਵਾਰ ਸਮੈਕ ਹੈ ਜਿਹੜਾ ਉਹ ਲੈ ਰਿਹਾ। ਇਹ ਗੱਲ ਕੀ ਹੈ ਜੀ? ਫਾਰੂਕੀ ਸਾਹਿਬ, ਪਹਿਲਾਂ ਤਾਂ ਮੈਂ ਤੁਹਾਡਾ ਧੰਨਵਾਦ ਕਰਨਾ ਚਾਹਾਂਗਾ ਵੀ ਜਿਹੜਾ ਆਪਾਂ ਪਿਛਲੀ ਵੀਡੀਓ ਦੇ ਵਿੱਚ ਤੁਸੀਂ ਇੰਨਾ ਖੁੱਲ੍ਹ ਕੇ ਆਪਾਂ ਉਹਦੇ ਵਿੱਚ ਗੱਲਾਂ ਕੀਤੀਆਂ, ਤਾਂ ਉਹਦੇ ਕੋਲੇ ਸਾਡੇ ਕੋਲੇ ਵੀ ਮੇਰੇ ਕੋਲੇ ਖੁਦ ਪਰਸਨਲੀ ਕਈ ਮੇਰੀ ਮਾਵਾਂ ਦੇ, ਭੈਣਾਂ ਦੇ, ਮਾਤਾਵਾਂ ਦੇ ਸਾਡੇ ਕੋਲੇ ਫੋਨ ਆਏ, ਤੇ ਬੜੀ ਮਤਲਬ ਹੈਰਾਨੀ ਹੋਈ ਉਹਨਾਂ ਦੀਆਂ ਗੱਲਾਂ ਸੁਣ ਕੇ ਵੀ ਸਾਡੀ ਜਿਹੜੀ ਨਵੀਂ ਯੂਥ ਹੈ ਉਹ ਨਸ਼ੇ ਦੇ ਵਿੱਚ ਇੰਨੀ ਕੁ ਜ਼ਿਆਦਾ ਫਸੀ ਹੋਈ ਹੈ, ਇੰਨੀ ਕੁ ਜ਼ਿਆਦਾ ਉਸ ਦਲਦਲ ਦੇ ਵਿੱਚ ਜਾ ਚੁੱਕੀ ਹੈ ਕਿ ਮੈਂ ਖੁਦ ਉਹਨਾਂ ਦੇ ਫੋਨ ਕਾਲ ਸੁਣ ਕੇ ਹੈਰਾਨ ਹੋ ਗਿਆ ਕਿ ਲੋਕੀ ਤਾਂ ਕਾਮਨੀ ਦੀਆਂ ਗੋਲੀਆਂ ਹੀ ਬਹੁਤ ਖਾਈ ਜਾਂਦੇ ਨੇ। ਬਹੁਤ ਜ਼ਿਆਦਾ ਮਤਲਬ ਉਸ ਚੀਜ਼ ਨੂੰ ਦੇਖ ਕੇ ਇੱਕ ਮਨ ਦੇ ਵਿੱਚ ਵੀ ਇੱਕ ਬੜੀ ਉਦਾਸੀਨਤਾ ਹੋਈ ਵੀ ਸਾਡਾ ਪੰਜਾਬ ਜਾ ਕਿੱਧਰ ਨੂੰ ਰਿਹਾ, ਸਾਡਾ ਯੂਥ ਕਿੱਧਰ ਨੂੰ ਜਾ ਰਿਹਾ ਹੈ। ਕੁਛ ਤਾਂ ਸਾਡੇ ਬੱਚੇ ਬਾਹਰ ਜਾ ਰਹੇ ਨੇ, ਠੀਕ ਹੈ, ਜਿਹੜੇ ਰਹਿ ਗਏ ਉਹ ਨਸ਼ੇ ਕੰਨੀ ਨੂੰ ਜਾਈ ਜਾਂਦੇ ਨੇ। ਤਾਂ ਉਸ ਚੀਜ਼ ਨੂੰ ਲੈ ਕੇ ਵੀ ਮਨ ਦੇ ਵਿੱਚ ਬੜੀ ਜ਼ਿਆਦਾ ਉਸੇ ਚੀਜ਼ ਨੂੰ ਦੇਖਦੇ ਹੋਏ ਮਨ ਦੇ ਵਿੱਚ ਆਇਆ ਵੀ ਜਿਵੇਂ ਤੁਸੀਂ ਹੁਣੀ ਦੱਸਿਆ ਵੀ ਬੱਚੇ ਚਾਹੁੰਦੇ ਆ ਵੀ ਅਸੀਂ ਨਸ਼ਾ ਤਾਂ ਛੱਡਣਾ, ਪਰ ਸਾਡਾ ਮਨ ਨਹੀਂ ਬਣ ਰਿਹਾ। ਤਾਂ ਉਸੇ ਚੀਜ਼ ਨੂੰ ਲੈ ਕੇ ਇੱਕ ਮੈਂ ਨਵਾਂ ਨੁਸਖਾ ਤੁਹਾਨੂੰ ਅੱਜ ਦੱਸਣ ਜਾ ਰਿਹਾ ਵੀ ਜਿਹਦੇ ਨਾਲ ਬੱਚਿਆਂ ਦਾ ਮਨ ਵੀ ਬਣੇਗਾ ਤੇ ਉਹ ਉਸ ਨਸ਼ੇ ਦੀ ਦਲਦਲ ਤੋਂ ਬਾਹਰ ਵੀ ਨਿਕਲ ਸਕਦੇ ਨੇ, ਜੇ ਉਹ ਪੂਰੀ ਤਰ੍ਹਾਂ ਆਪਣਾ ਇੱਕ ਮਨ ਪ੍ਰਕੱਬ ਕਰ ਲੈਣ ਵੀ ਹਾਂ ਅਸੀਂ ਇੱਕ ਨਿਸ਼ਚੈ ਕਰ ਲਿਆ ਵੀ ਅਸੀਂ ਅੱਜ ਤੋਂ ਬਾਅਦ ਨਸ਼ੇ ਕੰਨੀ ਨੂੰ ਨਹੀਂ ਜਾਵਾਂਗੇ। ਜੀ ਜੀ, ਠੀਕ ਹੈ ਜੀ। ਗੱਲ ਕਰ ਰਹੇ ਸੀ ਇੱਕ ਬੰਦੇ ਨੂੰ ਕਿ ਜੀ ਤੁਸੀਂ ਨਸ਼ਾ ਛੱਡਣ ਦੀ ਬਾਬਤ ਤੁਸੀਂ ਗੱਲ ਕਰੋ ਤੇ ਸਰੀਰ ਅਸੀਂ ਸੈੱਟ ਰੱਖਣ ਦੀ ਸਾਡੇ ਵੱਲੋਂ ਤੁਸੀਂ ਜਿਹੜਾ ਵੀ ਤੁਸੀਂ ਲਿਖ ਕੇ ਲੈ ਸਕਦੇ ਹੋ, ਅਸੀਂ ਲਿਖ ਕੇ ਵੀ ਦੇਣ ਨੂੰ ਤਿਆਰ ਹਾਂ। ਬਿਲਕੁਲ ਜੀ, ਬਿਲਕੁਲ। ਦੇਖੋ ਅਸਲ ਦੇ ਵਿੱਚ ਹੁੰਦਾ ਕੀ ਹੈ, ਬੱਚਾ ਦੇਖੋ ਸਭ ਤੋਂ ਪਹਿਲਾਂ ਨਸ਼ਾ ਕਰਦਾ ਕਿਉਂ ਹੈ? ਉਹ ਆਪਣੇ ਸਰੀਰ ਨੂੰ ਮਜ਼ਬੂਤ ਦੇ ਚੱਕਰ ਦੇ ਵਿੱਚ ਹੀ ਨਸ਼ਾ ਕਰਨਾ ਸ਼ੁਰੂ ਕਰਦਾ ਹੈ, ਲੇਕਿਨ ਉਹ ਹੌਲੀ ਹੌਲੀ ਉਹ ਨਸ਼ੇ ਦਾ ਹੀ ਸ਼ਿਕਾਰ ਹੋ ਜਾਂਦਾ ਹੈ। ਨਸ਼ਾ ਹੀ ਉਹਦੇ ਸਰੀਰ ਨੂੰ ਚਿੰਬੜ ਜਾਂਦਾ, ਫਿਰ ਉਹ ਨਸ਼ੇ ਤੋਂ ਬਾਹਰ ਹੀ ਨਹੀਂ ਨਿਕਲ ਸਕਦਾ, ਉਸ ਤੋਂ ਉਹਦੀ ਸੋਚ ਬਾਹਰ ਹੀ ਨਹੀਂ ਜਾਂਦੀ। ਜੇ ਉਹ ਅੱਜ ਨਸ਼ਾ ਕਰ ਲਿਆ ਉਹ ਖੁਸ਼ ਹੈ, ਕੱਲ੍ਹ ਨੂੰ ਜਦੋਂ ਨਸ਼ੇ ਦੀ ਡੋਜ਼ ਖਤਮ ਹੋ ਜਾਂਦੀ ਹੈ ਉਹ ਦੁਬਾਰਾ ਤੋਂ ਫਿਰ ਨਸ਼ਾ ਕਰ ਲੈਂਦਾ ਹੈ। ਠੀਕ ਹੈ ਜੀ। ਤੇ ਜੇ ਉਹ ਵਿੱਚ ਨੂੰ ਸੋਚਦਾ ਹੀ ਹੈ ਮੈਂ ਮਨ ਬਣਾਉਣਾ ਹੈ, ਲੇਕਿਨ ਜਦੋਂ ਨਸ਼ੇ ਦੀ ਤੋੜ ਪੈਂਦੀ ਹੈ ਤਾਂ ਫਿਰ ਉਹਦਾ ਮਨ ਫੇਰ ਡੋਲ ਜਾਂਦਾ ਹੈ, ਉਹ ਫੇਰ ਮੁੜ ਕੇ ਨਸ਼ਾ ਕਰ ਲੈਂਦਾ। ਤਾਂ ਅੱਜ ਆਪਾਂ ਜਿਸ ਨੁਸਖੇ ਬਾਰੇ ਆਪਾਂ ਤੁਹਾਨੂੰ ਮੈਂ ਦੱਸਣ ਜਾ ਰਹੇ ਹਾਂ, ਤਾਂ ਇਹ ਨੁਸਖਾ ਉਹਨਾਂ ਦਾ ਮਨ ਬਣਾਉਣ ਦੇ ਵਿੱਚ ਉਹਨਾਂ ਲਈ ਬਹੁਤ ਹੀ ਕਾਰਗਰ ਸਿੱਧ ਹੋ ਸਕਦਾ ਹੈ। ਨੁਸਖੇ ਨਾਲ ਮਨ ਵੀ ਬਣ ਜਾਂਦਾ ਜੀ? ਬਿਲਕੁਲ ਜੀ, ਬਿਲਕੁਲ। ਮੈਂ ਤੁਹਾਨੂੰ ਦੇਖੋ ਬਣਾਏ ਨੇ ਤੁਸੀਂ? ਬਿਲਕੁਲ ਸਰ, ਸਾਡੇ ਕੋਲੇ ਪੇਸ਼ੈਂਟ ਆਉਂਦੇ ਨੇ ਤੇ ਕਈ ਪੇਸ਼ੈਂਟ ਸਾਡੇ ਕੋਲੇ ਦੱਸਦੇ ਨੇ, ਆ ਕੇ ਆਪਣਾ ਫੀਡਬੈਕ ਦਿੰਦੇ ਨੇ ਕਿ ਡਾਕਟਰ ਸਾਹਿਬ ਤੁਹਾਡੇ ਨੁਸਖੇ ਤੋਂ ਬਾਅਦ ਹੁਣ ਮੈਂ ਨਸ਼ੇ ਦੀ ਦਲਦਲ ਚੋਂ ਬਹੁਤ ਹੱਦ ਤੱਕ ਬਾਹਰ ਆ ਚੁੱਕਿਆ ਹੈਗਾ, ਮੇਰਾ ਹੁਣ ਮਨ ਕਰਦਾ ਨਹੀਂ ਨਸ਼ੇ ਕਰਨ ਨੂੰ ਬਿਲਕੁਲ ਵੀ। ਤਾਂ ਇਸ ਕਰਕੇ ਆਪਾਂ ਅੱਜ ਤੁਹਾਡੇ ਮਾਧਿਅਮ ਰਾਹੀਂ ਆਪਾਂ ਹੋਰ ਲੋਕਾਂ ਨਾਲ ਵੀ ਸਾਂਝਾ ਕਰ ਲੈਂਦੇ ਹਾਂ ਵੀ ਤਾਂ ਕਿ ਅਸੀਂ ਤਾਂ ਚਾਹੁੰਦੇ ਹਾਂ ਵੀ ਸਾਡੇ ਇਸ ਨੁਸਖੇ ਦੇ ਨਾਲ ਘਰ ਘਰ ਦੇ ਵਿੱਚ ਜਿਹੜੀ ਇਹ ਨਸ਼ੇ ਦੀ ਇੱਕ ਮਤਲਬ ਇੱਕ ਕਾਲੀ ਘਟਾ ਛਾਈ ਹੋਈ ਹੈ ਵੀ ਇਹ ਛੱਡ ਜਾਵੇ, ਸੁੱਖ ਦੇ ਬਾਦਲ ਹਰ ਇੱਕ ਦੇ ਘਰ ਆਉਣ। ਜੀ ਜੀ ਜੀ। ਸੋ ਦੇਖੋ ਤੁਸੀਂ ਤਸਵੀਰਾਂ ਇੱਥੇ ਇਲਾਇਚੀਆਂ ਰੱਖੀਆਂ ਨੇ, ਦਾਲਚੀਨੀ ਹੈ ਤੇ ਇਹ ਹਲਦੀ ਬੜੀ ਪੀਲੀ ਹੈ ਜੀ। ਕਿਹੜੀ ਹਲਦੀ ਹੈ ਜੀ? ਇਹ ਸਰ ਅੰਬਾ ਹਲਦੀ ਹੈ ਜੀ। ਇਹ ਅੱਛਾ, ਅੰਬਾ ਹਲਦੀ, ਤਾਂ ਹੀ ਤਾਂ ਮੈਂ ਕਹ ਰਿਹਾ ਸੀ ਕੰਪੈਰੀਟਿਵਲੀ ਜ਼ਿਆਦਾ ਪੀਲੀ। ਇਹ ਅੰਬਾ ਹਲਦੀ ਹੈ ਜੀ ਇਹ। ਜੀ ਜੀ ਜੀ। ਤੇ ਉਸ ਤੋਂ ਬਾਅਦ ਸੌਂਫ ਰੱਖੀ ਹੈ, ਆ ਗਈ ਜੀ, ਲੌਂਗ ਆ ਗਏ, ਜੀ ਜੀ। ਇਹ ਦਾਲਚੀਨੀ ਆ ਗਈ ਜੀ, ਇਹ ਹਰੀਆਂ ਇਲਾਇਚੀਆਂ ਆ ਗਈਆਂ ਛੋਟੀਆਂ। ਨਹੀਂ, ਇਹ ਤੇ ਸਾਡੇ ਆਮ ਘਰਾਂ ਦੇ ਵਿੱਚ ਮਿਲ ਜਾਂਦੇ ਨੇ। ਬਿਲਕੁਲ ਜੀ, ਬਿਲਕੁਲ। ਇਹ ਸਾਰਾ ਘਰ ਆਪਣੇ ਘਰ ਦੀਆਂ ਰਸੋਈਆਂ ਦੇ ਵਿੱਚ ਬੜੇ ਆਰਾਮ ਨਾਲ ਆਪਣੀਆਂ ਮਾਵਾਂ ਭੈਣਾਂ ਨੂੰ ਬੜੇ ਆਰਾਮ ਨਾਲ ਮਿਲ ਸਕਦਾ ਹੈ। ਅਸੀਂ ਨੁਸਖਾ ਉਹ ਦੱਸਦੇ ਹਾਂ ਜਿਹਦੇ ਵਿੱਚ ਤੁਹਾਨੂੰ ਕੋਈ ਵੀ ਸਮਾਨ ਦੇ ਵਿੱਚ ਕੋਈ ਐ ਨਾ ਲੱਗੇ ਵੀ ਉਹ ਪੰਸਾਰੀ ਕੋਲੋਂ ਨਹੀਂ ਮਿਲਦਾ ਜਾਂ ਅਸੀਂ ਕਿੱਥੋਂ ਲੈ ਕੇ ਆਈਏ ਕਿੱਥੋਂ ਨਾ ਲੈ ਕੇ ਆਈਏ। ਇਹ ਚੀਜ਼ਾਂ ਤੁਹਾਨੂੰ ਬੜੀ ਆਸਾਨੀ ਨਾਲ ਤੁਹਾਡੀ ਰਸੋਈ ਦੇ ਵਿੱਚ ਹੀ ਮਿਲ ਜਾਣਗੀਆਂ। ਤਾਂ ਅਸੀਂ ਉਹੋ ਜਿਹਾ ਹੀ ਨੁਸਖਾ ਤੁਹਾਨੂੰ ਦੇਣ ਜਾ ਰਹੇ ਹਾਂ। ਪਰ ਡਾਕਟਰ ਸਾਹਿਬ ਮਾਫ ਕਰਨਾ, ਮੈਂ ਤੁਹਾਨੂੰ ਵਿੱਚੋਂ ਰੋਕ ਰਿਹਾ। ਮੈਨੂੰ ਇਹ ਦੱਸੋ ਕਿ ਜਿਹੜੇ ਨਸ਼ੇੜੀ ਨੇ ਜਾਂ ਜਿਨ੍ਹਾਂ ਨੂੰ ਇਹ ਨਸ਼ੇ ਦਾ ਰੋਗ ਲੱਗ ਗਿਆ, ਉਹਨਾਂ ਨੂੰ ਬਹੁਤ ਹਾਈ ਲੈਵਲ ਦੀ એનર્ਜੀ ਹੈ ਜਿਹੜੀ ਉਹ ਚਾਹੀਦੀ ਹੁੰਦੀ ਹੈ, ਤੇ ਉਹ ਤੇ ਲੌਂਗ ਕੀ ਕਰਨਗੇ ਜੀ? ਤੁਸੀਂ ਲੌਂਗ ਰੱਖੇ ਨੇ। ਸਰ ਜਿਹੜੇ ਲੌਂਗ ਹੈ ਜੀ ਔਰ ਜਾਂ ਜਿਹੜੀਆਂ ਬਾਕੀ ਚੀਜ਼ਾਂ
ਇਹਨਾਂ ਦਾ ਆਪਣੀ ਬੋਡੀ ਦੇ ਉੱਤੇ ਬਹੁਤ ਹੀ ਜ਼ਿਆਦਾ ਸਕਾਰਾਤਮਕ ਜਿਹੜਾ ਹੈਗਾ ਇਹਨਾਂ ਦਾ ਪ੍ਰਭਾਵ ਪੈਂਦਾ। ਮੈਂ ਤੁਹਾਨੂੰ ਇਹਨਾਂ ਦੇ ਇੱਕ ਇੱਕ ਜਿਹੜੇ ਗੁਣ ਹੈ ਉਹ ਤੁਹਾਨੂੰ ਮੈਂ ਹੌਲੀ ਹੌਲੀ ਕਰਕੇ ਦੱਸਾਂਗਾ ਹੁਣੀ ਸਾਰੇ, ਤੇ ਉਸ ਤੋਂ ਬਾਅਦ ਤੁਸੀਂ ਆਪ ਖੁਦ ਸੋਚੋਗੇ ਵੀ ਹਾਂ ਵਾਕਈ ਇਹ ਜਿਹੜਾ ਨੁਸਖਾ ਹੈਗਾ ਇਹ ਨਸ਼ੇੜੀਆਂ ਦੀ ਮਦਦ ਕਰ ਸਕਦਾ ਹੈ। ਅੱਛਾ, ਹਾਂਜੀ ਉਹਨਾਂ ਨੂੰ ਲੌਂਗ, ਚਲੋ ਲੌਂਗ ਪਹਿਲਾਂ ਆਪਾਂ ਲੌਂਗ ਤੋਂ ਸ਼ੁਰੂ ਕਰਦੇ ਹਾਂ, ਤੇ ਲੌਂਗ ਕੀ ਕਰੇਗਾ ਜੀ? ਸਰ ਲੌਂਗ ਦੀ ਦੇਖੋ ਤੁਹਾਨੂੰ ਪਤਾ ਹੈ ਤਾਸੀਰ ਗਰਮ ਹੁੰਦੀ ਹੈ, ਜੀ ਜੀ, ਠੀਕ ਹੈ ਨਾ। ਤਾਂ ਜਦੋਂ ਇਹਦੀ ਤਾਸੀਰ ਗਰਮ ਹੁੰਦੀ ਹੈ ਤਾਂ ਆਪਾਂ ਨੇ ਜ਼ਿਆਦਾ ਲੌਂਗ ਦਾ ਇਹਦੇ ਵਿੱਚ ਪਾਣੀ ਨਹੀਂ ਹੈਗੇ, ਕਿਉਂਕਿ ਜੇ ਜ਼ਿਆਦਾ ਲੌਂਗ ਪਾਵਾਂਗੇ ਤਾਂ ਆਪਣੀ ਬੋਡੀ ਹੀਟ ਤੇ ਆ ਜਾਏਗੀ। ਕਿਉਂਕਿ ਜਿਹੜਾ ਆਪਣੀ ਬੋਡੀ ਦੇ ਵਿੱਚ ਹੀਟ ਨੂੰ ਬਾਹਰ ਕੱਢਣਾ ਹੈ ਤਾਂ ਜਿਵੇਂ ਕਹਿੰਦੇ ਆ ਨਾ ਲੋਹਾ ਲੋਹੇ ਨੂੰ ਕੱਟਦਾ ਹੈ, ਉਸੇ ਤਰ੍ਹਾਂ ਜਿਹੜਾ ਇਹ ਲੌਂਗ ਹੈ ਇਹ ਤੁਹਾਡੀ ਬੋਡੀ ਦੇ ਵਿੱਚੋਂ ਜਿਹੜਾ ਤੁਹਾਡਾ ਮੈਦਾ ਗਰਮ ਹੋ ਗਿਆ ਤਾਂ ਉਸ ਨੂੰ ਵੀ ਇਹ ਕਾਟ ਕਰੇਗਾ, ਬੈਲੈਂਸ ਕਰੇਗਾ ਤੁਹਾਡੀ ਬੋਡੀ ਨੂੰ, ਠੀਕ ਹੈ ਜੀ। ਤਾਂ ਤੁਹਾਨੂੰ ਮੈਂ ਇਹਦੇ ਬਾਰੇ ਥੋੜਾ ਜਿਹਾ ਸਾਰਿਆਂ ਵਾਸਤੇ ਤੁਹਾਨੂੰ ਮੈਂ ਵਿਸਤਾਰ 'ਚ ਦੱਸ ਦਿੰਦਾ। ਸਭ ਤੋਂ ਪਹਿਲਾਂ ਤਾਂ ਆਪਾਂ ਨੇ ਦੁੱਧ ਲੈਣਾ ਹੈ, ਔਰ ਉਹ ਵੀ ਦੇਸੀ ਗਾਂ ਦਾ। ਦੇਸੀ ਗਾਂ ਦਾ ਜੀ? ਹਾਂਜੀ, ਦੇਸੀ ਗਾਂ ਦਾ ਦੁੱਧ ਲੈਣਾ। ਕੋਈ ਫਰਕ ਹੈ ਜੀ? ਬਿਲਕੁਲ ਫਰਕ ਹੈ ਜੀ। ਆਪਾਂ ਅੱਜ ਕੱਲ੍ਹ ਦੁੱਧ ਪੀਂਦੇ ਹਾਂ ਜੀ ਮੱਝਾਂ ਦਾ, ਜਿਨ੍ਹਾਂ ਦੇ ਵਿੱਚ ਨਾ ਤਾਂ ਕੋਈ ਪੋਸ਼ਣ ਹੈ। ਹੁਣ ਤੁਸੀਂ ਮੈਨੂੰ ਗੱਲ ਦੱਸੋ ਵੀ ਜਿਹੜੀ ਆਪਣੀ ਗਾਂ ਹੈ ਇਹਨੂੰ ਆਪਾਂ ਉਂਝ ਕਹਿੰਦੇ ਕੀ ਆ? ਆਪਾਂ ਇਸਨੂੰ ਮਾਤਾ ਦਾ ਖਿਤਾਬ ਹੈਗਾ ਜੀ ਹੈ ਨਾ ਜੀ। ਤਾਂ ਮਾਤਾ ਦਾ ਖਿਤਾਬ ਕਿਉਂ ਦਿੱਤਾ ਗਿਆ? ਕਿਉਂਕਿ ਇਹਨਾਂ ਦੇ ਦੁੱਧ ਦੇ ਵਿੱਚ ਜਿਹੜੀ ਦੇਸੀ ਗਾਂ ਦਾ ਦੁੱਧ ਹੈ ਇਹਦੇ ਵਿੱਚ ਇੰਨੇ ਕੁ ਜ਼ਿਆਦਾ ਪੋਸ਼ਣ ਤੱਤਵ ਨੇ ਜਿਹੜੀ ਆਪਣੀ ਬੋਡੀ ਨੂੰ ਪੂਰੀ એનર્ਜੀ ਦਿੰਦੇ ਨੇ, ਠੀਕ ਹੈ ਜੀ। ਲੇਕਿਨ ਅੱਜ ਕੱਲ੍ਹ ਕੀ ਹੋ ਰਿਹਾ, ਜਿਹੜਾ ਸਭ ਤੋਂ ਵੱਡਾ ਨੁਕਸਾਨ ਕੀ ਹੋ ਰਿਹਾ ਹੈ ਕਿ ਅੱਜ ਕੱਲ੍ਹ ਜਿਹੜਾ ਵੀ ਕੋਈ ਦੁੱਧ ਲਿੱਤਾ ਜਾ ਰਿਹਾ ਉਹ ਟੀਕੇ ਲਾ ਕੇ ਲਿੱਤਾ ਜਾ ਰਿਹਾ ਮੱਝਾਂ ਪਸ਼ੂਆਂ ਤੋਂ, ਗਾਵਾਂ ਤੋਂ ਵੀ ਤੇ ਮੱਝਾਂ ਤੋਂ ਵੀ। ਲੇਕਿਨ ਆਪਾਂ ਨੇ ਜਿਹੜਾ ਦੁੱਧ ਲੈਣਾ ਉਹਦੇ ਵਿੱਚ ਸਾਡੀ ਇੱਕ ਕੰਡੀਸ਼ਨ ਇਹੀ ਹੈ ਕਿ ਜਿਹੜੀ ਗਾਂ ਦਾ ਆਪਾਂ ਨੇ ਦੁੱਧ ਵਰਤਣਾ ਇਹ ਉਹਨੂੰ ਟੀਕੇ ਨਾ ਲੱਗੇ ਹੋਣ। ਬਿਨਾਂ ਟੀਕਿਆਂ ਦਾ ਜਿਹੜੀ ਗਾਂ ਹੈ ਦੇਸੀ ਉਹਦਾ ਆਪਾਂ ਨੇ ਦੁੱਧ ਲੈਣਾ ਹੈਗਾ। ਤੇ ਉਹ ਮੈਂ ਤੁਹਾਨੂੰ ਹੁਣੀ ਥੋੜਾ ਜਿਹਾ ਸਾਰਾ ਵਿਸਤਾਰ 'ਚ ਦੱਸ ਦਿੰਦਾ ਵੀ ਆਪਾਂ ਨੇ ਕਿਵੇਂ ਇਸ ਨੂੰ ਯੂਜ਼ ਕਰਨਾ ਹੈ। ਮਤਲਬ ਮਨ ਬਣਾਉਣ ਵਾਲਾ ਨੁਸਖਾ ਹੈ। ਬਿਲਕੁਲ ਜੀ ਬਿਲਕੁਲ। ਇਹ ਨੁਸਖੇ ਨੂੰ ਜਦੋਂ ਤੁਸੀਂ ਅਪਣਾਓਗੇ ਤਾਂ ਪੇਸ਼ੈਂਟ ਦਾ ਜਿਹੜਾ ਨਸ਼ੇੜੀ ਬੰਦਾ, ਚਲੋ ਅਸੀਂ ਦੇਖੋ ਨਸ਼ੇੜੀ ਨਹੀਂ ਕਹਿੰਦੇ ਕਿਉਂਕਿ ਵਿਚਾਰਾ ਉਹ ਇੱਕ ਮੁਸੀਬਤ ਦਾ ਮਾਰਿਆ ਵੈਲ ਕਿਸੇ ਗਲਤੀ ਦੇ ਨਾਲ ਦਲਦਲ 'ਚ ਫਸ ਗਿਆ, ਠੀਕ ਹੈ। ਲੇਕਿਨ ਉਹ ਖੁਦ ਬਾਹਰ ਨਿਕਲਣਾ ਚਾਹੁੰਦਾ ਇਸ ਦਲਦਲ 'ਚੋਂ, ਲੇਕਿਨ ਬਟ ਨਹੀਂ ਨਿਕਲ ਪਾ ਰਿਹਾ ਕਿਉਂਕਿ ਸਰੀਰ ਸਾਥ ਨਹੀਂ ਦਿੰਦਾ। ਕਿਤੇ ਨਾ ਕਿਤੇ ਆਪਣਾ ਸਮਾਜ ਵੀ ਉਹਨਾਂ ਨੂੰ ਦੁਤਕਾਰ ਦਿੰਦਾ ਵੀ ਇਹ ਤਾਂ ਨਸ਼ੇੜੀ ਆ, ਉਹਨਾਂ ਦੀ ਗੱਲ ਨਹੀਂ ਕੋਈ ਸੁਣਦਾ। ਬਹੁਤ ਵਾਰ ਕੁੱਟਮਾਰ ਹੁੰਦੀ ਹੈ ਜੀ ਨਸ਼ਾ ਛਡਾਉਣ ਵਾਸਤੇ, ਬਹੁਤ ਵਾਰ ਉਹਨੂੰ ਇਕੱਲਾ ਛੱਡ ਦਿੱਤਾ ਜਾਂਦਾ ਹੈ, ਬਹੁਤ ਵਾਰ ਉਹਨੂੰ ਰਿਲਾਈਜ਼ ਕਰਵਾਉਣ ਵਾਸਤੇ ਤਰ੍ਹਾਂ ਦੇ ਮਾਨਸਿਕ ਤੌਰ ਤੇ ਤਸੀਹੇ ਵੀ ਨੇ ਜਿਹੜੇ ਦਿੱਤੇ ਜਾਂਦੇ ਨੇ। ਇਹ ਠੀਕ ਹੈ ਜੀ? ਬਿਲਕੁਲ ਦਿੱਤੇ ਜਾਂਦੇ ਨੇ, ਲੇਕਿਨ ਉਹਦੇ ਨਾਲ ਜੇ ਤੁਸੀਂ ਕਹੋਗੇ ਵੀ ਪੇਸ਼ੈਂਟ ਨਸ਼ਾ ਛੱਡ ਦੂਗਾ ਤਾਂ ਉਹ ਨਹੀਂ ਛੱਡ ਸਕਦਾ। ਕਿਉਂਕਿ ਤੁਸੀਂ ਜਦੋਂ ਉਹਦੇ ਅੰਦਰੋਂ ਨਸ਼ੇ ਦੀ ਤੋੜ ਵੱਜਦੀ ਹੈ, ਉਹਨੂੰ ਦਰਦਾਂ ਹੁੰਦੀਆਂ, ਉਹਨੂੰ ਪੀੜਾਂ ਹੁੰਦੀਆਂ, ਤਾਂ ਉਹ ਜਦੋਂ ਤੁਸੀਂ ਉਹਨੂੰ ਮਾਰਕੁੱਟ ਕਰਦੇ ਹੋ ਉਹਦੀ ਮਾਰਕੁੱਟ ਦੇ ਨਾਲ ਥੋੜੀ ਦੇਰ ਬਾਅਦ ਥੋੜੀ ਦੇਰ ਤੱਕ ਤਾਂ ਉਹ ਆਪਣੇ ਆਪ ਨੂੰ ਉਸ ਡਰ ਤੋਂ ਮਾਰੇ ਆਪਣੇ ਆਪ ਨੂੰ ਉਹ ਚੁੱਪ ਕਰ ਜਾਂਦਾ ਹੈ। ਪਰ ਲੇਕਿਨ ਜਦੋਂ ਸਰੀਰ ਨਹੀਂ ਸਾਥ ਦਿੰਦਾ ਤਾਂ ਉਹ ਫੇਰ ਨਸ਼ੇ ਕੰਨੀ ਨੂੰ ਭੱਜਦਾ ਹੈ, ਰੋਂਦਾ ਹੈ, ਕਰਲਾਪਦਾ ਹੈ, ਠੀਕ ਹੈ। ਉਹ ਫੇਰ ਉਹੀ ਗੱਲਾਂ ਕਰਦਾ, ਮੈਨੂੰ ਨਸ਼ਾ ਦੇ ਦਿਓ, ਮੈਨੂੰ ਪੈਸੇ ਦੇ ਦਿਓ, ਮੈਂ ਨਸ਼ਾ ਕਰਨਾ ਹੈ। ਤਾਂ ਉਹਦੀ ਸਟੇਜ ਇਸ ਹਾਲਤ ਤੱਕ ਉਹਦੀ ਮਾੜੀ ਹੋ ਜਾਂਦੀ ਹੈ ਕਿ ਉਹਨੂੰ ਨਸ਼ੇ ਤੋਂ ਅੱਗੇ ਹੋਰ ਕੁਝ ਨਹੀਂ ਸੁੱਝਦਾ ਉਸ ਟਾਈਮ। ਡਾਕਟਰ ਸਾਹਿਬ ਮੈਨੂੰ ਵੀ ਨਾ ਇੱਕ ਫੋਨ ਆਇਆ ਸੀ ਤੁਹਾਡੀ ਵੀਡੀਓ ਤੋਂ ਬਾਅਦ, ਜਿਹਦੇ ਵਿੱਚ ਮਾਤਾ ਜੀ ਦੱਸ ਰਹੇ ਸੀ ਕਿ ਉਹਦੇ ਬੇਟੇ ਬੜੀ, ਮੈਂ ਨਾਮ ਤਾਂ ਨਹੀਂ ਚਲੋ ਲਵਾਂਗਾ ਉਸ ਚੀਜ਼ ਦਾ, ਮਾਤਾ ਦੱਸ ਰਹੀ ਸੀ ਕਿ ਉਹਦੇ ਬੇਟੇ ਨੂੰ ਆਦਤ ਪੈ ਗਈ ਨਸ਼ੇ ਦੀ ਤੇ ਉਹ ਚੋਰੀਆਂ ਕਰਨ ਲੱਗ ਪਿਆ। ਤੇ ਕਹਿੰਦੀ ਹੁਣ ਮੈਂ ਦਿਹਾੜੀਆਂ ਜਾਂਦੇ ਵੀ ਪੁੱਤ ਤੇਰੇ ਕੁੱਟ ਪੈਂਦੀ ਮੈਂ ਵੇਖ ਨਹੀਂ ਸਕਦੀ, ਤੇ ਮੈਂ ਦਿਹਾੜੀਆਂ ਜਾਂਦੀ ਆ ਤੇ ਤੂੰ ਜਿਹੜੀ ਮੈਂ ਦਿਹਾੜੀ ਲਾ ਕੇ ਆਉਣੀ ਤੂੰ ਉਹਦਾ ਨਸ਼ਾ ਕਰ ਲਿਆ ਕਰ, ਹਾਲਾਤ ਇੰਨੇ ਖਰਾਬ ਨੇ। ਬਿਲਕੁਲ ਜੀ ਬਿਲਕੁਲ, ਇਹ ਤੁਹਾਡੀ ਗੱਲ ਬਿਲਕੁਲ ਸਹੀ ਹੈ। ਔਰ ਮੈਂ ਤੁਹਾਨੂੰ ਇੱਕ ਗੱਲ ਇਹ ਵੀ ਮੈਂ ਤੁਹਾਨੂੰ, ਚਲੋ ਤੁਸੀਂ ਗੱਲ ਬਹੁਤ ਵਧੀਆ ਕੀਤੀ ਵੀ ਤੁਸੀਂ ਉਹਨਾਂ ਦਾ ਨਾਮ ਨਹੀਂ ਲਿੱਤਾ ਹੈਗਾ। ਅਸੀਂ ਵੀ ਇਹ ਗੱਲ ਬੜਾ ਇਸ ਚੀਜ਼ ਨੂੰ ਅਸੀਂ ਸੀਕ੍ਰੇਟ ਰੱਖਦੇ ਹਾਂ ਵੀ ਸਾਡੇ ਕੋਲੇ ਕੋਈ ਵੀ ਪੇਸ਼ੈਂਟ ਆਉਂਦਾ ਸਾਡੇ ਕੋਲੇ ਤਾਂ ਅਸੀਂ ਉਹਦਾ ਕੋਈ ਵੀ ਨਾਮ ਜਾਂ ਕੋਈ ਵੀ ਉਹਦਾ ਟੈਲੀਫੋਨ ਨੰਬਰ ਅਸੀਂ ਕਿਸੇ ਨਾਲ ਸਾਂਝਾ ਨਹੀਂ ਕਰਦੇ, ਕਿਉਂਕਿ ਦੇਖੋ ਹਰ ਇੱਕ ਬੰਦੇ ਦੀ ਇੱਕ ਆਪਣੀ ਪ੍ਰਾਈਵੇਸੀ ਹੁੰਦੀ ਹੈ। ਤਾਂ ਇਹ ਸਾਡੇ ਕੋਲੇ ਕਈ ਪੇਸ਼ੈਂਟ ਇਸ ਚੀਜ਼ ਨੂੰ ਸੋਚਦੇ ਆ ਵੀ ਸ਼ਾਇਦ ਸਾਡਾ ਨਾਮ ਜਾਂ ਸਾਡਾ ਨੰਬਰ ਕਿਤੇ ਤੁਸੀਂ ਵੀਡੀਓ ਦੇ ਵਿੱਚ ਸਾਂਝਾ ਨਾ ਕਰ ਦਿਓ। ਤਾਂ ਮੈਂ ਤੁਹਾਡੇ ਮਾਧਿਅਮ ਨਾਲ ਇਹ ਵੀ ਦੱਸਣਾ ਚਾਹਾਂਗਾ ਵੀ ਅਸੀਂ ਇਸ ਤਰ੍ਹਾਂ ਦਾ ਕੋਈ ਵੀ ਅਸੀਂ ਕਿਸੇ ਦਾ ਨਾਮ ਜਾਂ ਕਿਸੇ ਦਾ ਨੰਬਰ ਅਸੀਂ ਸਾਂਝਾ ਨਹੀਂ ਕਰਦੇ। ਪਰ ਬਹੁਤ ਵਾਰ ਮੈਂ ਦੇਖਿਆ ਜੀ ਜਿੰਨੇ ਕਿ ਤੁਹਾਡੇ ਕੋਲ ਇੱਥੇ ਲੋਕ ਆਉਂਦੇ ਨੇ ਤੁਸੀਂ ਤਾਂ ਨੁਸਖਿਆਂ ਨਾਲ ਟੋਟਕਿਆਂ ਨਾਲ ਹੀ ਉਹਨਾਂ ਦਾ ਕੰਮ ਚਲਾਈ ਜਾ ਰਹੇ ਹੋ, ਤੇ ਫਿਰ ਇਹ ਟੋਟਕੇ ਨੁਸਖੇ ਇੰਨੇ ਕਾਰਗਰ ਨੇ ਜੀ? ਦੇਖੋ ਇਸ ਤਰ੍ਹਾਂ ਹੈਗਾ ਜੀ ਵੀ ਕਈ ਸਾਡੇ ਭੈਣ ਭਰਾ ਜਿਹੜੇ ਨਸ਼ੇ ਦੀ ਦਲਦਲ 'ਚ ਫਸ ਕੇ ਆਪਣਾ ਫਾਈਨੈਂਸ਼ੀਅਲ ਪੋਜੀਸ਼ਨ ਉਹਨਾਂ ਦੀ ਇੰਨੀ ਕੁ ਜ਼ਿਆਦਾ ਡਾਊਨ ਹੋ ਚੁੱਕੀ ਹੈ ਕਿ ਉਹਨਾਂ ਕੋਲੇ ਦਵਾਈ ਲੈਣ ਵਾਸਤੇ ਕਈਆਂ ਕੋਲੇ ਉਨੇ ਪੈਸੇ ਨਹੀਂ ਹੈਗੇ ਵੀ ਉਹ ਲੈ ਸਕਣ। ਤਾਂ ਉਹਨਾਂ ਲੋਕਾਂ ਨੂੰ ਅਸੀਂ ਖਾਸ ਕਰਕੇ ਨੁਸਖੇ ਦੇ ਵਿੱਚ ਹੀ ਅਸੀਂ ਕੋਸ਼ਿਸ਼ ਕਰਦੇ ਹਾਂ ਵੀ ਉਹਨਾਂ ਨੂੰ ਅਸੀਂ ਉਹਨਾਂ ਦਾ ਜਿਹੜਾ ਹੈਗਾ ਉਹ ਨਸ਼ਾ ਹਟਾ ਸਕੀਏ, ਠੀਕ ਹੈ ਜੀ, ਤਾਂ ਕਿ ਉਹਨਾਂ ਦਾ ਜਿਹੜਾ ਹੈਗਾ ਵੀ ਉਹ ਖਰਚਾ ਨਾ ਹੋ ਸਕੇ, ਕਿਉਂਕਿ ਫਾਈਨੈਂਸ਼ੀਅਲ ਤੌਰ ਤੇ ਉਹ ਕਾਫੀ ਪਹਿਲਾਂ ਹੀ ਵੀਕ ਹੋ ਚੁੱਕੇ ਨੇ। ਜੀ। ਤੇ ਚਲੋ ਫਿਰ ਆਪਾਂ ਨੁਸਖੇ ਵੱਲ ਨੂੰ ਆਈਏ। ਇਹ ਨੁਸਖਾ ਕਰੇਗਾ ਕੀ? ਤੁਸੀਂ ਕਹਿ ਰਹੇ ਹੋ ਕਿ ਮਨ ਬਣਾਏਗਾ, ਨਸ਼ਾ ਛਡਾਏਗਾ ਔਰ ਪਰਿਵਾਰਾਂ ਦੇ ਵਿੱਚ ਖੁਸ਼ੀਆਂ ਲੈ ਕੇ ਆਏਗਾ।
ਕਿਵੇਂ ਆ ਦਾਲਚੀਨੀ ਨਾਲ ਕਿਵੇਂ ਨਸ਼ਾ ਛੱਡ ਦੋ ਜੀ? ਮੈਂ ਤੁਹਾਨੂੰ ਸਭ ਤੋਂ ਮੈਂ ਵਾਰ-ਵਾਰ ਇਹੀ ਪੁੱਛ ਰਿਹਾ ਜੀ ਹਾਂ ਤੁਹਾਨੂੰ। ਬਿਲਕੁਲ ਫਾਰੂਕੀ ਸਾਹਿਬ, ਤੁਸੀਂ ਬਹੁਤ ਵਧੀਆ ਤੁਸੀਂ ਜਿਹੜਾ ਹੈਗਾ ਇਹ ਕੁਐਸਚਨ ਪੁੱਛ ਰਹੇ ਹੋ, ਕਿਉਂਕਿ ਤੁਹਾਡੇ ਮਾਧਿਅਮ ਨਾਲ ਮੈਂ ਸਾਰੇ ਦਰਸ਼ਕਾਂ ਨੂੰ ਵੀ ਦੱਸਣਾ ਚਾਹਾਂਗਾ। ਆਪਾਂ ਸਭ ਤੋਂ ਪਹਿਲਾਂ ਗੱਲ ਕਰੀਏ, ਦੇਖੋ ਦੁੱਧ ਬਾਰੇ ਤੁਹਾਨੂੰ ਮੈਂ ਦੱਸ ਹੀ ਚੁੱਕਿਆ ਹੈਗਾ ਕਿ ਦੁੱਧ ਆਪਾਂ ਨੇ ਜਿਹੜਾ ਲੈਣਾ ਹੈਗਾ ਉਹ ਗਊ ਦਾ, ਦੇਸੀ ਗਊ ਦਾ ਔਰ ਬਿਨਾਂ ਟੀਕੇ ਵਾਲੀ ਗਊ ਦਾ। ਇਹ ਸਭ ਤੋਂ ਜ਼ਰੂਰੀ ਹੈ। ਜੇ ਆਪਾਂ ਟੀਕੇ ਵਾਲੀ ਗਊ ਦਾ ਦੁੱਧ ਲੈ ਲੈਂਦੇ ਆ ਤਾਂ ਆਪਣਾ ਸਭ ਤੋਂ ਪਹਿਲਾਂ ਉੱਥੇ ਹੀ ਕੰਮ ਆਪਣਾ ਗਲਤ ਹੋ ਜਾਣਾ ਹੈ। ਫਿਰ ਇਸ ਨੁਸਖੇ ਦਾ ਜਿਹੜਾ ਅਸਰ ਹੈ ਉਹ ਆਪਾਂ ਨੂੰ ਉਨਾ ਵਧੀਆ ਨਹੀਂ ਮਿਲਣਾ ਹੈਗਾ। ਠੀਕ ਮਿਲੇਗਾ ਪਰ ਉਨਾ ਵਧੀਆ ਨਹੀਂ ਮਿਲੇਗਾ। ਠੀਕ ਹੈ ਜੀ। ਤਾਂ ਇਸ ਕਰਕੇ ਸਭ ਤੋਂ ਪਹਿਲਾਂ ਆਪਾਂ ਇਹੀ ਕੰਮ ਕਰਨਾ ਹੈ ਵੀ ਜਿਹੜਾ ਆਪਾਂ ਦੁੱਧ ਲੈਣਾ ਹੈਗਾ ਉਹ ਆਪਾਂ ਨੇ ਬਿਨਾਂ ਟੀਕੇ ਵਾਲੀ ਗਊ ਦਾ ਲੈਣਾ ਹੈ। ਦੂਸਰੀ ਗੱਲ ਆ ਗਈ ਜੀ, ਦੇਖੋ ਹਲਦੀ ਦੀ ਦੇਖੋ ਤੁਸੀਂ ਮੈਨੂੰ ਇੱਕ ਗੱਲ ਦੱਸੋ ਫਾਰੂਕੀ ਸਾਹਿਬ, ਹਲਦੀ ਆਪਣੇ ਪੁਰਾਣੇ ਬਜ਼ੁਰਗ ਹਲਦੀ ਯੂਜ਼ ਕਰਦੇ ਸੀਗੇ, ਉਹ ਕਿਸ ਵਜ੍ਹਾ ਕਰਕੇ ਕਰਦੇ ਸੀਗੇ? ਤੇ ਮੈਨੂੰ ਤਾਂ ਇਹ ਹੁੰਦਾ ਵੀ ਉਹ ਕਹਿੰਦੇ ਵੀ ਜਦੋਂ ਗੁੱਜਾ ਜ਼ਖਮ ਹੋ ਜੇ ਨਾ ਸਰੀਰ ਦੇ ਅੰਦਰ ਤੇ ਫਿਰ ਉਸ ਵੇਲੇ ਦੁੱਧ 'ਚ ਹਲਦੀ ਦਿੰਦੇ ਹੁੰਦੇ ਸੀ ਸਾਡੇ ਬਜ਼ੁਰਗ। ਬਿਲਕੁਲ ਸਹੀ ਕਿਹਾ ਤੁਸੀਂ ਇਹ ਗੱਲ। ਆਪਣੇ ਬਜ਼ੁਰਗ ਦੇਖੋ, ਮੈਂ ਖੁਦ ਆਪਣੀ ਗੱਲ ਕਰਾਂ, ਮੈਂ ਕਿਸੇ ਦੀ ਗੱਲ ਨਹੀਂ ਕਰ ਰਿਹਾ, ਅਸੀਂ ਖੁਦ ਹਲਦੀ ਦਾ ਦੁੱਧ ਪੀ ਕੇ ਬੜੇ ਹੋਏ ਆ। ਸਾਨੂੰ ਸਾਡੇ ਘਰਾਂ ਦੇ ਵਿੱਚ ਜਦੋਂ ਵੀ ਕੋਈ ਮਾੜੀ ਮੋਟੀ ਸੱਟ ਲੱਗਣੀ, ਕਿਉਂਕਿ ਦੇਖੋ ਬੱਚੇ ਹੁੰਦੇ ਆ, ਸੱਟਾਂ ਲੱਗ ਹੀ ਜਾਂਦੀਆਂ, ਕਿਤੇ ਚੋਟ ਲੱਗ ਗਈ, ਕਿਤੇ ਸ਼ਰਾਰਤਾਂ ਕਰਦੇ ਸੀਗੇ, ਤਾਂ ਸਾਡੀ ਦਾਦੀ ਸਾਨੂੰ ਜਦੋਂ ਵੀ ਕੋਈ ਚੋਟ ਲੱਗਣੀ ਤਾਂ ਉਹਨੇ ਹਲਦੀ ਵਾਲਾ ਦੁੱਧ ਸਾਨੂੰ ਦੁੱਧ 'ਚ ਪਾ ਕੇ ਦੇਣਾ। ਠੀਕ ਹੈ, ਕਿਉਂਕਿ ਇਹ ਅੰਦਰੋਂ ਦੇਖੋ ਐਂਟੀਬਾਇਓਟਿਕ ਆ, ਸਾਰਿਆਂ ਨੂੰ ਪਤਾ ਹੈ, ਲੇਕਿਨ ਅੰਦਰੋਂ ਇਹ ਤੁਹਾਡੀ ਜਿੰਨੀ ਵੀ ਕੋਈ ਸੋਜ ਹੈ ਜਾਂ ਕੋਈ ਜਿੰਨੇ ਵੀ ਤੁਹਾਡੇ ਜ਼ਖਮ ਨੇ, ਜਿੰਨੀਆਂ ਤੁਹਾਡੀਆਂ ਦਰਦਾਂ ਨੇ, ਇਹ ਹਰ ਇੱਕ ਚੀਜ਼ ਨੂੰ ਇਹ ਤੁਹਾਡੀ ਨੂੰ ਉਹ ਕਿਉਰ ਕਰਦੀ ਹੈ। ਤਾਂ ਸਭ ਤੋਂ ਪਹਿਲਾਂ ਆਪਾਂ ਨੇ ਅੰਬਾ ਹਲਦੀ ਲੈਣੀ ਹੈ। ਇਸ ਚੀਜ਼ ਦਾ ਧਿਆਨ ਰੱਖਣਾ, ਆਪਾਂ ਨੇ ਹਲਦੀ ਜਿਹੜੀ ਲੈਣੀ ਹੈ ਉਹ ਅੰਬਾ ਹਲਦੀ ਲੈਣੀ ਹੈ। ਉਹ ਕੀ ਫਰਕ ਹੁੰਦਾ ਜੀ ਆਮ ਤੇ ਅੰਬਾ ਹਲਦੀ 'ਚ? ਦੇਖੋ ਅੰਬਾ ਹਲਦੀ ਦੀ ਜਿਹੜੀ ਤਾਕਤ ਹੈ ਨਾ ਉਹ ਆਮ ਹਲਦੀ ਨਾਲੋਂ ਕਈ ਜ਼ਿਆਦਾ ਹੈ, ਕਈ ਗੁਣਾ ਜ਼ਿਆਦਾ ਹੈ। ਠੀਕ ਹੈ ਜੀ। ਇਸ ਕਰਕੇ ਆਪਾਂ ਸਭ ਤੋਂ ਪਹਿਲਾਂ ਇਹ ਅੰਬਾ ਹਲਦੀ ਲੈਣੀ ਹੈ। ਇਹਦੀ ਤੁਹਾਨੂੰ ਮੈਂ ਕੁਆਂਟੀਟੀ ਵੀ ਬਾਅਦ ਚ ਦੱਸੂਗਾ ਵੀ ਆਪਾਂ ਨੇ ਕਿੰਨੀ ਕੁਆਂਟੀਟੀ ਦੇ ਵਿੱਚ ਇਹਨੂੰ ਇਸਤੇਮਾਲ ਕਰਨਾ ਹੈ। ਸੈਕੰਡਲੀ ਆਪਾਂ ਗੱਲ ਕਰੀਏ ਜੀ ਦਾਲਚੀਨੀ ਦੀ। ਦੇਖੋ ਦਾਲਚੀਨੀ ਦਾ ਜਿਹੜਾ ਸਭ ਤੋਂ ਵੱਡਾ ਜਿਹੜਾ ਇਹਦਾ ਅਸਰ ਹੈ, ਇਹ ਨਸਾਂ ਦੇ ਵਿੱਚ ਜਿਹੜੀ ਆਪਣੀ ਚਰਬੀ ਜੰਮ ਜਾਂਦੀ ਹੈ, ਜਿਹਨੂੰ ਆਪਾਂ ਕਹਿ ਦਿੰਦੇ ਹਾਂ ਜੀ ਇਹਨੂੰ ਹਾਰਟ ਅਟੈਕ ਹੋ ਗਿਆ ਜਾਂ ਇਹਦਾ ਜਿਹੜਾ ਖੂਨ ਹੈ ਗਾੜਾ ਹੋ ਗਿਆ, ਇਹ ਉਸ ਖੂਨ ਨੂੰ ਪਤਲਾ ਕਰਦੀ ਹੈ। ਔਰ ਜਿਹੜਾ ਬੰਦਾ ਨਸ਼ਾ ਕਰਦਾ ਹੈ ਉਹਦਾ ਖੂਨ ਵੀ ਗਾੜਾ ਹੁੰਦਾ ਹੈ। ਠੀਕ ਹੈ, ਤਾਂ ਇਸ ਚੀਜ਼ ਨੇ ਉਹਦੇ ਖੂਨ ਨੂੰ ਪਤਲਾ ਕਰਨਾ ਹੈ। ਠੀਕ ਹੈ, ਤਾਂ ਇਹ ਚੀਜ਼ ਆਪਾਂ ਤਾਂ ਇਸਤੇਮਾਲ ਕਰਨੀ ਹੈ। ਸੁਸਤੀ ਹੈ, ਨਸ਼ਾ ਨਾ ਕਰਨ ਕਰਕੇ ਜਿਹੜੀ ਉਹਨੂੰ ਸੁਸਤੀ ਪੈ ਜਾਂਦੀ ਹੈ, ਇਹ ਸੁਸਤੀ ਦਾ ਹੱਲ ਹੈ। ਸੁਸਤੀ ਦਾ ਹੱਲ ਹੈ, ਕਿਉਂਕਿ ਦੇਖੋ ਜਦੋਂ ਸੁਸਤੀ ਪੈਣ ਦਾ ਕਾਰਨ ਕੀ ਹੈ, ਆਪਾਂ ਕਹਿੰਦੇ ਆ ਨਾ ਜਿਹਦਾ ਬਲੱਡ ਪ੍ਰੈਸ਼ਰ ਲੋ ਹੋ ਗਿਆ ਤਾਂ ਉਹ ਬੰਦਾ ਥੋੜਾ ਜਿਹਾ ਮਤਲਬ ਉਹਦੀ ਵਰਕਿੰਗ ਘਟ ਜਾਂਦੀ ਹੈ। ਬਲੱਡ ਪ੍ਰੈਸ਼ਰ ਲੋ ਹੁੰਦਾ ਮਤਲਬ ਕੀ ਹੈ, ਕਿਉਂਕਿ ਉਹਦਾ ਜਿਹੜਾ ਖੂਨ ਦਾ ਸਰਕੂਲੇਸ਼ਨ ਹੈ ਉਹ ਘਟ ਗਿਆ। ਉਹ ਘਟ ਕਿਉਂ ਗਿਆ? ਕਿਉਂਕਿ ਨਸਾਂ ਉਹਦੀਆਂ ਜਿਹੜੀਆਂ ਹੈਗੀਆਂ ਉਹ ਬਲੋਕ ਹੋ ਰਹੀਆਂ ਨੇ, ਉਹਦਾ ਜਿਹੜਾ ਖੂਨ ਹੈ ਗਾੜਾ ਹੋ ਰਿਹਾ ਔਰ ਨਸਾਂ ਬਲੋਕ ਹੋ ਰਹੀਆਂ ਨੇ। ਇਸ ਵਜ੍ਹਾ ਕਰਕੇ ਜਿਹੜਾ ਉਹਦਾ ਹੈਗਾ ਉਹ ਬਲੱਡ ਪ੍ਰੈਸ਼ਰ ਲੋ ਹੋ ਜਾਂਦਾ, ਜਿਹਦੀ ਵਜ੍ਹਾ ਕਰਕੇ ਉਹਦੀ ਐਫੀਸ਼ੀਐਂਸੀ ਜਾਂ ਉਹਦੀ એનર્ਜੀ ਜਿਹੜੀ ਹੈ ਘਟਣੀ ਸ਼ੁਰੂ ਹੋ ਜਾਂਦੀ ਹੈ। ਠੀਕ ਹੈ ਜੀ। ਤੀਸਰੀ ਗੱਲ ਕਰੀਏ ਆਪਾਂ ਸੌਂਫ ਦੀ। ਹੁਣ ਜਿਹੜਾ ਬੰਦਾ ਨਸ਼ਾ ਕਰ ਰਿਹਾ ਹੈ, ਠੀਕ ਹੈ, ਤਾਂ ਨਸ਼ਾ ਕਰਨ ਤੋਂ ਬਾਅਦ ਤਾਂ ਉਹਦੀ એનર્ਜੀ ਠੀਕ ਹੋਗੀ, ਲੇਕਿਨ ਜਦੋਂ ਉਹ ਨਸ਼ਾ ਨਹੀਂ ਕਰ ਰਿਹਾ ਤਾਂ ਉਹਦੀ એનર્ਜੀ ਲੋ ਹੋ ਜਾਂਦੀ ਹੈ। ਬਿਲਕੁਲ ਉਹ ਇੱਕ ਤਰ੍ਹਾਂ ਦਾ ਐਂ ਕੰਮ ਕਰਦਾ ਹੈ ਵੀ ਜਿਵੇਂ ਬਸ ਇੱਕ ਐਂ ਲਾ ਲਓ ਵੀ ਲਾਸ਼ ਪਈ ਆ ਮੰਜੇ ਤੇ ਵੀ। ਠੀਕ ਹੈ, ਐਂ ਇੱਕ ਤਰ੍ਹਾਂ ਦੀ ਉਹਦੀ ਵਰਕਿੰਗ ਹੁੰਦੀ ਹੈ ਵੀ ਉਹਨੂੰ ਕੁਝ ਨਹੀਂ ਪਤਾ ਹੁੰਦਾ। ਲੇਕਿਨ ਸੌਂਫ ਨੇ ਤੁਹਾਡੀ ਜਿਹੜੀ ਅੰਦਰੋਂ એનર્ਜੀ ਹੈ, ਜਿਹੜੀ ਮੈਦੇ ਦੀ ਗਰਮੀ ਹੈ, ਉਹਨੂੰ ਬਾਹਰ ਕੱਢਣਾ ਤੇ ਉਹਨੂੰ ਤੁਹਾਨੂੰ ਜਿਹੜੀ ਬਾਡੀ ਨੂੰ એનર્ਜੈਟਿਕ ਕਰ ਦੇਣਾ। ਨਸ਼ੇ ਨਾਲ ਮੈਦਾ ਗਰਮ ਹੁੰਦਾ? ਬਿਲਕੁਲ ਹੋਏਗਾ ਜੀ, ਬਿਲਕੁਲ ਹੋਏਗਾ ਜੀ। ਤਾਂ ਇਹਨੇ ਤੁਹਾਡੀ ਜਿਹੜੀ એનર્ਜੀ ਹੈ ਉਸ ਨੂੰ ਬੂਸਟ ਕਰਨਾ ਹੈ। ਇਸ ਕਰਕੇ ਆਪਾਂ ਇਹ ਚੀਜ਼ ਵੀ ਆਪਣੇ ਉਸ ਨੁਸਖੇ ਦੇ ਵਿੱਚ ਇਸਤੇਮਾਲ ਕਰਾਂਗੇ। ਠੀਕ ਹੈ ਜੀ। ਉਸ ਤੋਂ ਬਾਅਦ ਆ ਗਈ ਜੀ ਤੁਹਾਡੀ ਇਲਾਇਚੀ। ਇਲਾਇਚੀ ਹੁੰਦੀ ਹੈ, ਦੇਖੋ ਤੁਹਾਨੂੰ ਪਤਾ ਹੀ ਹੈ, ਠੰਡੀ ਹੁੰਦੀ ਹੈ। ਤਾਂ ਇਹ ਆਪਾਂ ਤਾਂ ਇਸਤੇਮਾਲ ਕਰਨੀ ਹੈ ਵੀ ਤਾਂ ਕਿ ਸਰੀਰ ਦੇ ਵਿੱਚ ਆਪੇ ਨੇ ਜਿਹੜੀ ਹੈਗੀ ਆ ਉਹ ਠੰਡਕ ਬਣੀ ਰਹੇ ਪ੍ਰੋਪਰ ਤਰੀਕੇ ਨਾਲ। ਫਿਰ ਤੁਸੀਂ ਇਹ ਲੌਂਗ ਵੀ ਰੱਖੇ ਨੇ ਜੀ, ਲੌਂਗ ਨਾਲ ਕੀ ਹੈ ਜੀ? ਦੇਖੋ ਫਾਰੂਕੀ ਸਾਹਿਬ, ਤੁਸੀਂ ਬੜੇ ਐਕਸਾਈਟਿਡ ਹੋ ਰਹੇ ਹੋ ਲੌਂਗ ਨੂੰ ਲੈ ਕੇ ਵੀ, ਲੇਕਿਨ ਤੁਸੀਂ ਇੱਕ ਗੱਲ ਦੱਸੋ ਵੀ ਆਪਣਾ 1 ਜਾਂ 2 ਲੌਂਗ ਤੁਸੀਂ ਇਹ ਲੈ ਲਓ ਤੇ ਇੱਕ ਪਾਸੇ ਤੁਸੀਂ ਅੱਧਾ ਕਿਲੋ ਮਟਨ ਲੈ ਲਓ। ਅੱਛਾ ਜੀ। ਠੀਕ ਹੈ ਜੀ। ਜੋ ਤੁਹਾਡੀ ਬਾਡੀ ਦੇ ਵਿੱਚ ਅੱਧਾ ਕਿਲੋ ਮਟਨ ਨੇ એનર્ਜੀ ਦੇਣੀ ਹੈ, ਉਹੀ એનર્ਜੀ ਤੁਹਾਨੂੰ ਇਹਨਾਂ 2 ਲੌਂਗਾਂ ਨੇ ਦੇ ਦੇਣੀ ਹੈ। ਉਹਦੇ ਇਕੁਅਲ ਇਹ 2 ਲੌਂਗ ਨੇ। ਇੰਨਾ ਪਾਵਰਫੁਲ ਜੀ? ਇੰਨੇ ਪਾਵਰਫੁਲ ਇਹ 2 ਲੌਂਗ ਨੇ। ਆਪਾਂ ਇਹ 2 ਲੌਂਗ ਹੀ ਇਸਤੇਮਾਲ ਕਰਨੇ ਆ। ਜਿਹੜਾ ਤੁਹਾਨੂੰ ਮੈਂ ਇਹ ਨੁਸਖਾ ਦੇਣ ਜਾ ਰਿਹਾ ਉਸ ਨੁਸਖੇ ਦੇ ਅੰਦਰ ਆਪਾਂ ਨੇ ਸਿਰਫ 2 ਲੌਂਗ ਹੀ ਇਸਤੇਮਾਲ ਕਰਨੇ ਆ। ਕਮਾਲ ਦੀ ਗੱਲ ਹੈ ਜੀ। ਲੌਂਗ ਸਾਨੂੰ ਤਾਂ ਹੁਣ ਤੱਕ ਇਹ ਪਤਾ ਸੀ ਵੀ ਜੇ ਤੁਹਾਡੀ ਜਾੜ ਦਰਦ ਕਰੇ ਤੇ ਲੌਂਗ ਉਹ ਦਰਦ ਵਾਲੀ ਥਾਂ ਤੇ ਰੱਖ ਲਓ। ਜੀ ਬਿਲਕੁਲ, ਉਹਦਾ ਇੱਕ ਆਪਣਾ ਅਲੱਗ ਸਿਸਟਮ ਹੈ। ਉਹ ਜਿਹੜਾ ਇਹਦੇ ਅੰਦਰ ਤੇਲ ਹੁੰਦਾ ਉਹ ਤੁਹਾਡੀ ਜਿਹੜੀ ਨਸਾਂ ਦੇ ਵਿੱਚ ਦਰਦ ਹੋ ਰਿਹਾ ਹੁੰਦਾ ਆਪਣਾ ਦੰਦਾਂ ਦੇ ਵਿੱਚ, ਇਹ ਉਸ ਨੂੰ ਰਿਲੀਫ ਦਿੰਦਾ ਹੈ। ਪਰ ਬਟ ਜੋ ਇਹਦੀ ਪਾਵਰ ਹੈ ਬਾਡੀ ਦੇ ਅੰਦਰ, ਉਹ ਤੁਹਾਨੂੰ ਮੈਂ ਪਹਿਲਾਂ ਵੀ ਦੱਸ ਚੁੱਕਿਆ ਵੀ ਅੱਧਾ ਕਿਲੋ ਮਟਨ ਔਰ 2 ਲੌਂਗ ਇਕੁਅਲ ਟੂ 1।
ਓਕੇ ਇਸ ਕਰਕੇ ਤੁਸੀਂ ਇਹਨਾਂ ਲੋਕਾਂ ਨੂੰ ਬਹੁਤ ਵਧੀਆ ਤੁਸੀਂ ਐਕਸਾਈਟਿਡ ਹੋ ਰਹੇ ਹੋ, ਪਰ ਬਟ ਇਹ ਤੁਹਾਡੀ ਐਕਸਾਈਟਮੈਂਟ ਬਹੁਤ ਵਧੀਆ, ਕਿਉਂਕਿ ਤੁਸੀਂ ਵੀ ਹੁਣ ਇਹਨਾਂ ਕਾਫੀ ਇੰਟਰਵਿਊਆਂ ਕਰਕੇ ਆਪ ਵੀ ਤੁਸੀਂ ਅੱਧੇ ਪੈਸੇ ਬਣ ਚੁੱਕੇ ਹੋ। ਜੀ ਚਲੋ ਅੱਛਾ। ਤੇ ਫਿਰ ਇਹ ਨੁਸਖਾ ਹੁਣ ਆਪਾਂ ਤੁਸੀਂ ਕਹਿ ਰਹੇ ਹੋ ਕਿ ਮਨ ਬਣਾਉਣ ਵਾਲਾ, ਨਸ਼ੇ ਛਡਾਉਣ ਵਾਲਾ ਨੁਸਖਾ ਹੈ, ਇਹ ਬਣਾਉਣਾ ਕਿਵੇਂ ਹੈ? ਕੁਆਂਟੀਟੀ ਕਿੰਨੀ ਚਾਹੀਦੀ? ਹੁਣ ਅਹਿਮ ਗੱਲ ਆਪਾਂ ਹੁਣ ਕਰਨਾ ਕੀ ਹੈ ਜੀ, ਸਭ ਤੋਂ ਪਹਿਲਾਂ ਆਪਾਂ ਕੀ ਕਰਨਾ, ਆਪਾਂ ਨੇ 1 ਗਲਾਸ ਦੁੱਧ ਦਾ ਲੈ ਲਿਆ ਜੀ, ਠੀਕ ਹੈ। ਆ ਆਪਾਂ ਨੇ, ਇਹ ਮੈਂ ਤੁਹਾਨੂੰ ਇੱਕ ਵੈਸੇ ਪ੍ਰੈਕਟੀਕਲ ਕਰਕੇ ਦਿਖਾ ਰਿਹਾ ਥੋੜਾ ਜੀ। ਆਪਾਂ ਨੇ 1 ਗਲਾਸ ਦੁੱਧ ਦਾ ਪੂਰਾ ਭਰ ਲਿਆ ਇਹ ਜੀ। ਇਸ ਨੂੰ ਭਰਨ ਤੋਂ ਬਾਅਦ ਆਪਾਂ ਨੇ ਇਹਨੂੰ ਗੈਸ ਦੇ ਉੱਤੇ ਰੱਖ ਦੇਣਾ ਠੀਕ ਹੈ। ਕਿਸੇ ਪਿੱਤਲ ਦੇ ਬਰਤਨ ਦੇ ਵਿੱਚ, ਜਿਹਨੂੰ ਆਪਾਂ ਨੇ ਅੰਦਰ ਕਲੀ ਕਰ ਲੈਂਦੇ ਆਪਾਂ। ਠੀਕ ਹੈ ਜੀ, ਕਲੀ ਵਾਲਾ ਬਰਤਨ। ਕਲੀ ਵਾਲਾ ਬਰਤਨ, ਠੀਕ ਹੈ ਜੀ। ਉਸ ਤੋਂ ਬਾਅਦ ਆਪਾਂ ਨੇ 1 ਚੁਟਕੀ ਆਪਾਂ ਨੇ ਹਲਦੀ ਇਹ ਇਹਦੇ ਵਿੱਚ ਪਾ ਦੇਣੀ ਹੈ। ਠੀਕ ਹੈ। ਉਸ ਤੋਂ ਬਾਅਦ ਆਪਾਂ ਨੇ ਥੋੜਾ ਜਿਹਾ ਇਹ 1 ਜਾਂ 1.5 ਗ੍ਰਾਮ ਜਿਹੜੀ ਆਪਾਂ ਨੇ ਇਹ ਦਾਲਚੀਨੀ ਇਹ ਆਪਾਂ ਨੇ ਇਹਦੇ ਵਿੱਚ ਪਾਤੀ। ਅੱਛਾ, ਇਹ ਤੁਸੀਂ ਪੀਸੀ ਹੋਈ? ਅਸੀਂ ਇਹੀ ਲੈ ਇਹ ਹਾਂ, ਇਹ ਅਸੀਂ ਪੀਸ ਕੇ ਰੱਖੀ ਹੋਈ ਹੈ ਥੋੜੀ ਜਿਹੀ ਦੇ ਅੰਦਰ। ਇਹ ਦੇਖੋ ਜੀ, ਇਹ ਆਪਾਂ ਨੇ ਥੋੜੀ ਜਿਹੀ ਪੀਸ ਲਈ ਸੀਗੀ। ਤੇ ਇਸ ਤੋਂ ਇਲਾਵਾ ਤੁਸੀਂ ਅੱਧਾ ਕੁ ਚਮਚਾ ਟੀਸਪੂਨ ਜਿਹੜਾ ਹੁੰਦਾ ਇਹ ਤੁਸੀਂ ਸੌਂਫ ਦਾ ਆਪਣਾ ਹੈਗਾ ਇਹਦੇ ਵਿੱਚ ਇਹ ਪਾਤਾ ਜੀ। 4 ਜਾਂ 5 ਇਲਾਇਚੀਆਂ, ਠੀਕ ਹੈ। ਇਹ ਤੁਸੀਂ ਇਹਦੇ ਵਿੱਚੋਂ ਇਹਦਾ ਉੱਪਰਲਾ ਛਿਲਕਾ ਜਿਵੇਂ ਇਸ ਤਰ੍ਹਾਂ ਤਾਰ ਕੇ ਜਿਹੜੇ ਇਹਦੇ ਅੰਦਰਲੇ ਬੀਜ ਹੁੰਦੇ ਨੇ ਜੀ। ਉਹ ਬੀਜਾਂ ਨੂੰ ਤੁਸੀਂ ਇਹਦੇ ਵਿੱਚ ਪਾਤਾ। ਉਸ ਤੋਂ ਬਾਅਦ ਤੁਸੀਂ ਇਹ 2 ਲੌਂਗ ਜੀ, ਇਹਨਾਂ ਨੂੰ ਤੁਸੀਂ ਜੇ ਕੁੱਟ ਕੇ ਪਾ ਲਓ ਤਾਂ ਜ਼ਿਆਦਾ ਵਧੀਆ ਠੀਕ। ਜਦੋਂ ਤੁਹਾਡਾ ਇਹ 1 ਗਲਾਸ ਪੌਣਾ ਕੁ ਗਲਾਸ ਰਹਿ ਜਾਵੇ ਤਾਂ ਤੁਸੀਂ ਇਸ ਨੂੰ ਤਾਰ ਲੈਣਾ। ਤਾਰਨ ਤੋਂ ਬਾਅਦ ਤੁਸੀਂ ਇਸ ਨੂੰ ਭੁੰਨ ਲਵੋ। ਭੁੰਨਣ ਤੋਂ ਬਾਅਦ ਇਸ ਨੂੰ ਤੁਸੀਂ ਜਦੋਂ ਥੋੜਾ ਜਿਹਾ ਕੋਸਾ ਰਹਿ ਜਾਵੇ ਇਹ ਤੁਸੀਂ ਇਹਦਾ ਸੇਵਨ ਕਰਨਾ ਹੈ। ਜੀ। ਕਿਸ ਵੇਲੇ ਕਰਨਾ ਜੀ? ਇਹ ਤੁਸੀਂ ਦੇਖੋ, ਇਹਦੇ ਵਿੱਚ ਸਾਡੇ ਕੋਲੇ 2 ਚੀਜ਼ਾਂ ਨੇ ਵੀ ਜੇ ਤਾਂ ਤੁਸੀਂ ਨਸ਼ਾ ਛੱਡਣਾ ਚਾਹੁੰਦੇ ਹੋ ਫਿਰ ਤਾਂ ਤੁਸੀਂ ਇਸ ਦਾ ਸੇਵਨ ਸਵੇਰੇ ਕਰੋ। ਜਿਹੜੇ ਬੰਦੇ ਚਾਹੁੰਦੇ ਆ ਵੀ ਸਾਡੀ ਸਰੀਰਕ ਕਮਜ਼ੋਰੀ ਹੋਈ ਹੈ ਤਾਂ ਉਹ ਇਹਦਾ ਸੇਵਨ ਰਾਤ ਨੂੰ ਸੌਣ ਤੋਂ ਪਹਿਲਾਂ ਵੀ ਕਰ ਸਕਦੇ ਨੇ। ਕਿੰਨਾ ਟਾਈਮ ਜੀ ਪਹਿਲਾਂ? ਸੌਣ ਤੋਂ ਤੁਸੀਂ ਅੱਧਾ ਜਾਂ ਪੌਣਾ ਘੰਟਾ ਪਹਿਲਾਂ ਵੀ ਕਰ ਸਕਦੇ ਹੋ। ਓਕੇ। ਹਾਂਜੀ ਜੀ। ਠੀਕ ਹੈ। ਅੱਛਾ, ਤੇ ਫਿਰ ਇੱਕ ਹੋਰ ਚੀਜ਼ ਹੈਗੀ ਹੈ ਜੀ, ਬੜੀ ਅਹਿਮ ਚੀਜ਼ ਹੈ ਜਿਹੜੀ ਇੱਥੇ, ਮਨ ਵੀ ਬਣਾ ਲਿਆ, ਤੁਹਾਡੇ ਵਾਲਾ ਨੁਸਖਾ ਵੀ ਅਜ਼ਮਾ ਲਿਆ, ਠੀਕ ਹੈ ਜੀ, ਕਾਉਂਸਲਿੰਗ ਵੀ ਕਰਾ ਲਈ ਤੇ ਹੱਦ ਦਰਜੇ ਦਾ ਟ੍ਰੀਟਮੈਂਟ ਵੀ ਕਰਾ ਲਿਆ, ਨਸ਼ਾ ਛਡਾਊ ਕੇਂਦਰ 'ਚ ਵੀ ਭਰਤੀ ਹੋ ਗਏ, ਮਾਨਸਿਕ ਤੌਰ ਤੇ ਵੀ ਅਸੀਂ ਸ਼ੋਸ਼ਣ ਕਰਾ ਲਿਆ, ਆਰਥਿਕ ਤੌਰ ਤੇ ਵੀ ਪਰਿਵਾਰ ਸਾਰਾ ਪਛੜ ਗਿਆ, ਪਰ ਨਸ਼ਾ ਤਾਂ ਫੇਰ ਨਹੀਂ ਛੁੱਟ ਰਿਹਾ ਜੀ। ਸਰ ਜੇ ਤੁਹਾਡੇ ਕੋਲੇ ਇਹਨਾਂ ਨੁਸਖੇ ਤੋਂ ਬਾਅਦ ਵੀ ਨਸ਼ਾ ਨਹੀਂ ਛੁੱਟ ਰਿਹਾ, ਲੇਕਿਨ ਕਈ ਵਾਰੀ ਪੇਸ਼ੈਂਟ ਦਾ ਸਰੀਰ ਜਿਹੜਾ ਇੰਨਾ ਕੁ ਜ਼ਿਆਦਾ ਡਰਗ ਐਡਿਕਟ ਹੋਇਆ ਵਾ ਹੁੰਦਾ ਨਾ ਕਿ ਉਸ ਨੂੰ ਇਹ ਨੁਸਖੇ ਨਹੀਂ ਉਸ ਦੀ ਬਾਡੀ ਦੇ ਉੱਤੇ ਇੰਨਾ ਕਾਰਗਰ ਸਿੱਧ ਹੋ ਪਾ ਰਹੇ। ਕਿਉਂਕਿ ਦੇਖੋ, ਹਰ ਇੱਕ ਬਾਡੀ ਦੇ ਉੱਤੇ ਦਵਾਈ ਦਾ ਅਸਰ ਵੀ ਅਲੱਗ-ਅਲੱਗ ਹੁੰਦਾ ਹੈ। ਕਿਸੇ ਨੂੰ ਕੋਈ ਦਵਾਈ ਸੂਟ ਕਰ ਰਹੀ ਹੈ, ਕਿਸੇ ਨੂੰ ਉਹੀ ਦਵਾਈ ਨਹੀਂ ਸੂਟ ਕਰ ਰਹੀ। ਸੇਮ ਚਾਹੇ 2 ਪ੍ਰੋਬਲਮ ਨੇ, ਇੱਕੋ ਬੰਦੇ ਨੂੰ ਦੋ ਬੰਦਿਆਂ ਨੂੰ ਸੇਮ ਪ੍ਰੋਬਲਮ ਹੈ, ਪਰ ਇੱਕ ਦਵਾਈ ਜ਼ਰੂਰੀ ਨਹੀਂ ਹੈ ਵੀ ਜੇ ਇੱਕ ਬੰਦੇ ਨੂੰ ਸੂਟ ਕਰ ਰਹੀ ਹੈ ਤਾਂ ਉਹ ਦੂਜੇ ਨੂੰ ਵੀ ਸੂਟ ਕਰ ਰਹੀ ਹੈ। ਇਸੇ ਤਰ੍ਹਾਂ ਇਹ ਨੁਸਖਾ ਵੀ ਹੈਗਾ, ਠੀਕ ਹੈ। ਆਪਾਂ ਨੁਸਖਾ ਦੱਸਿਆ, ਸਾਡੇ ਕੋਲੇ ਮੈਕਸਿਮਮ ਪੇਸ਼ੈਂਟ ਨੇ ਜਿਨ੍ਹਾਂ ਨੂੰ ਸੂਟ ਕਰ ਰਹੇ ਨੇ, ਲੇਕਿਨ ਵਿੱਚੋਂ ਕੁਝ ਐਸੇ ਪੇਸ਼ੈਂਟ ਵੀ ਨੇ ਜਿਨ੍ਹਾਂ ਨੂੰ ਇਸ ਨੁਸਖੇ ਦੇ ਨਾਲ ਨਹੀਂ ਅਸਰ ਪੈ ਰਿਹਾ। ਤਾਂ ਜੇ ਉਹਨਾਂ ਨੂੰ ਇਸ ਨੁਸਖੇ ਦੇ ਨਾਲ ਅਸਰ ਨਹੀਂ ਪੈ ਰਿਹਾ ਜਾਂ ਘੱਟ ਦਿਖ ਰਿਹਾ ਤਾਂ ਤੁਸੀਂ ਸਾਡੇ ਕੋਲ ਜਿਹੜੀਆਂ ਅਸੀਂ ਆਯੁਰਵੈਦਿਕ ਦਵਾਈਆਂ ਆਪਣੀ ਜੜੀਆਂ ਬੂਟੀਆਂ ਦੀਆਂ ਉਹਨਾਂ ਨਾਲ ਤਿਆਰ ਕਰਦੇ ਹਾਂ ਤਾਂ ਤੁਸੀਂ ਉਹਨਾਂ ਦੇ ਨਾਲ ਵੀ ਉਸ ਨਸ਼ੇ ਨੂੰ ਛੱਡ ਸਕਦੇ ਹੋ। ਅੱਛਾ, ਇਹ ਤਾਂ ਨਹੀਂ ਹੋਊਗਾ ਜੀ ਡਾਕਟਰ ਸਾਹਿਬ, ਜਿਵੇਂ ਅੱਜ ਕੱਲ ਨਸ਼ਾ ਛਡਾਊ ਕੇਂਦਰਾਂ 'ਚ ਉਹ ਜੀਭ ਦੇ ਹੇਠਾਂ ਗੋਲੀ ਰੱਖ ਦਿੰਦੇ ਨੇ ਤੇ ਫਿਰ ਪਹਿਲਾਂ ਤਾਂ ਬੰਦਾ ਅਫੀਮ ਖਾਂਦਾ ਹੈ, ਡੋਡੇ ਖਾਂਦਾ, ਭੁੱਕੀ ਖਾਂਦਾ, ਚਿੱਟੇ ਦਾ ਨਸ਼ਾ ਕਰਦਾ ਤੇ ਉਸ ਤੋਂ ਬਾਅਦ ਉਹ ਤੁਹਾਡੇ ਲਈ ਗੋਲੀਆਂ ਤੇ ਲੱਗ ਜਾਏਗਾ, ਤੁਹਾਡੇ ਲਈ ਗੋਲੀਆਂ ਦਾ ਨਸ਼ਾ ਲੱਗ ਗਿਆ। ਫਾਰੂਕੀ ਸਾਹਿਬ, ਇਹ ਤੁਸੀਂ ਬਹੁਤ ਹੀ ਵਧੀਆ ਕੁਐਸਚਨ ਪੁੱਛਿਆ, ਕਿਉਂਕਿ ਸਾਨੂੰ ਪੇਸ਼ੈਂਟ ਖੁਦ ਇਸ ਚੀਜ਼ ਨੂੰ ਪੁੱਛਦੇ ਨੇ ਆ ਕੇ ਵੀ ਡਾਕਟਰ ਸਾਹਿਬ ਕਿਤੇ ਇਹ ਤਾਂ ਨਹੀਂ ਤੁਹਾਡੇ ਕੋਲ ਕੀ ਹੈ ਜੀ? ਤੁਸੀਂ ਆਪਣੇ ਨੁਸਖੇ ਤਾਂ ਦਿਖਾਓ, ਕੀ ਹੈ ਤੁਹਾਡੇ ਕੋਲ ਇਸ ਤਰ੍ਹਾਂ ਦਾ ਕੀ ਹੈਗਾ, ਕੀ ਭਰਿਆ ਹੋਇਆ ਤੁਸੀਂ? ਸਰ ਦੇਖੋ, ਸਾਡੇ ਕੋਲੇ ਤਾਂ ਆਯੁਰਵੈਦਿਕ ਦਵਾਈਆਂ ਹੁੰਦੀਆਂ ਜਿਹੜੀਆਂ ਅਸੀਂ ਪੇਸ਼ੈਂਟ ਨੂੰ ਇਹਨਾਂ ਦੇ ਵਿੱਚ ਅਸੀਂ ਜਿਵੇਂ ਅਸੀਂ ਕੈਪਸੂਲ ਫਾਰਮ ਦੇ ਵਿੱਚ ਤਿਆਰ ਕਰਦੇ ਹਾਂ। ਇਹ ਦੇਖੋ, ਇਹ ਸਾਡੇ ਕੋਲੇ ਦਵਾਈ ਹੁੰਦੀ ਹੈ ਜਿਹੜੀ ਕਿ ਅਸੀਂ ਪੇਸ਼ੈਂਟ ਨੂੰ, ਇਹ ਦੇਖੋ, ਇਹ ਲਾਲ ਰੰਗ ਦੇ ਕਿਉਂ ਨੇ ਜੀ? ਸਰ ਉਹ ਤਾਂ ਕੈਪਸੂਲ ਦਾ ਕਲਰ ਹੈ ਵੀ ਸਾਡੇ ਕੋਲੇ ਵੀ ਪੇਸ਼ੈਂਟ ਇਸ ਚੀਜ਼ ਦੀ ਕੁਐਰੀ ਕਰਦੇ ਆ ਵੀ ਡਾਕਟਰ ਸਾਹਿਬ ਕਿਤੇ ਇਹ ਤਾਂ ਨਹੀਂ ਹੈਗਾ ਵੀ ਅਸੀਂ ਉਸ ਨਸ਼ੇ ਨੂੰ ਛੱਡ ਕੇ ਤੁਹਾਡੀ ਦਵਾਈ ਤੇ ਲੱਗ ਜਾਈਏ। ਤਾਂ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਵੀ ਦੇਖੋ, ਸਾਡੀ ਇਸ ਦਵਾਈ ਦੇ ਅੰਦਰ ਕਿਸੇ ਤਰ੍ਹਾਂ ਦਾ ਵੀ ਕੋਈ ਨਸ਼ਾ ਨਹੀਂ ਹੈ, ਪਿਓਰ ਆਯੁਰਵੈਦਿਕ ਦਵਾਈਆਂ ਨੇ। ਸਬੂਤ ਕੀ ਹੈ ਜੀ ਇਸ ਦਾ? ਸਬੂਤ ਮੈਂ ਤੁਹਾਨੂੰ ਇੱਕ ਛੋਟੀ ਜਿਹੀ ਐਗਜ਼ਾਮਪਲ ਦਿੰਦਾ। ਹੁਣ ਸਾਡੇ ਕੋਲੇ ਦੇਸ਼ ਵਿਦੇਸ਼ਾਂ ਦੇ ਵਿੱਚ ਸਾਡੀਆਂ ਦਵਾਈਆਂ ਜਾਂਦੀਆਂ, ਜਿਵੇਂ ਅਮਰੀਕਾ ਹੋ ਗਿਆ, ਕੈਨੇਡਾ ਹੋ ਗਿਆ, ਆਸਟ੍ਰੇਲੀਆ ਹੋ ਗਿਆ, ਤਾਂ ਉੱਥੇ ਦੇਖੋ ਦਵਾਈਆਂ ਦਾ ਆਪਣੇ ਪੰਜਾਬੀ ਵੀਰ ਹੀ ਮੰਗਾਉਂਦੇ ਨੇ ਕਿਉਂਕਿ ਨਸ਼ਾ ਕਰਦੇ ਨੇ ਉਹ ਉੱਥੇ ਜਿਹੜੇ ਕਈ ਕਰਨ ਲੱਗ ਗਏ ਨੇ। ਤਾਂ ਤੁਹਾਨੂੰ ਪਤਾ ਹੈ ਵੀ ਜ਼ਿਆਦਾਤਰ ਜਿਹੜੇ ਮੈਨੂੰ ਕੋਈ ਟਰਾਲੇ ਵਾਲੇ ਭਾਈ ਸਾਹਿਬ ਦਾ ਵੀ ਫੋਨ ਆਇਆ ਸੀ। ਹਾਂਜੀ ਬਿਲਕੁਲ। ਤਾਂ ਸਾਡੇ ਕੋਲੇ ਉੱਥੇ ਜਿਹੜੇ ਪੰਜਾਬੀ ਭਰਾ ਨੇ, ਤੁਹਾਨੂੰ ਪਤਾ ਜ਼ਿਆਦਾਤਰ ਟਰਾਲਾ ਚਲਾਉਂਦੇ ਨੇ, ਠੀਕ ਹੈ। ਤਾਂ ਉੱਥੇ ਟਰਾਲਾ ਚਲਾਉਣ ਵਾਲੇ ਬੰਦਿਆਂ ਦਾ ਜਿਹੜੀ ਉੱਥੇ ਦੀ ਗਵਰਨਮੈਂਟ ਹੈ ਉਹਨਾਂ ਦਾ
ਡੋਪ ਟੈਸਟ ਕਰਾਉਂਦੀ ਰਹਿੰਦੀ ਹੈ ਵੀ ਤਾਂ ਕਿ ਇਹ ਕੋਈ ਨਸ਼ਾ ਨਾਲ ਤਾਂ ਨਹੀਂ ਟਰਾਲਾ ਚਲਾ ਰਿਹਾ। ਤਾਂ ਸਾਡੇ ਕੋਲੋਂ ਜਿਹੜੇ ਸਾਡੇ ਭੈਣ ਭਰਾ ਦਵਾਈਆਂ ਮੰਗਾ ਰਹੇ ਨੇ ਉੱਥੇ ਨਸ਼ਾ ਛੱਡ ਰਹੇ ਨੇ, ਤਾਂ ਨਸ਼ਾ ਛੱਡਣ ਤੋਂ ਬਾਅਦ ਜਦੋਂ ਸਾਡੀ ਦਵਾਈ ਸੇਵਨ ਕਰ ਰਹੇ ਨੇ ਤਾਂ ਉਸ ਦੌਰਾਨ ਉਹਨਾਂ ਦੇ ਡੋਪ ਟੈਸਟ ਹੋਏ ਨੇ, ਤਾਂ ਉਹਨਾਂ ਦੇ ਅੰਦਰ ਡੋਪ ਟੈਸਟ 'ਚ ਕੋਈ ਵੀ ਨਸ਼ਾ ਨਹੀਂ ਆਇਆ। ਅੱਛਾ। ਤਾਂ ਇਹ ਸਾਡੀ ਸਭ ਤੋਂ ਵੱਡੀ ਇਸ ਚੀਜ਼ ਦੀ, ਤੁਸੀਂ ਉਰੇ ਵੀ ਜੇ ਕੋਈ ਪੇਸ਼ੈਂਟ ਉਰੇ ਸਾਡੇ ਕੋਲੋਂ ਪੰਜਾਬ ਦੇ ਵਿੱਚ ਵੀ ਜਾਂ ਕਿਤੇ ਵੀ ਆਪਣੇ ਇੰਡੀਆ ਦੇ ਵਿੱਚ ਸਾਤੋਂ ਦਵਾਈ ਲੈਂਦਾ ਹੈ, ਤਾਂ ਅਸੀਂ ਕਹਿੰਦੇ ਆ ਵੀ ਤੁਸੀਂ ਸਾਡੀ ਦਵਾਈ ਤੋਂ 15 ਦਿਨਾਂ ਬਾਅਦ ਜਾਂ 20 ਦਿਨਾਂ ਬਾਅਦ ਤੁਸੀਂ ਡੋਪ ਟੈਸਟ ਕਰਾਓ। ਬਸ ਇਮਾਨਦਾਰੀ ਤੁਹਾਡੀ ਹੋਣੀ ਚਾਹੀਦੀ ਹੈ ਵੀ ਤੁਸੀਂ ਉਸ ਦਿਨ ਤੋਂ ਬਾਅਦ ਨਸ਼ਾ ਨਹੀਂ ਕੀਤਾ ਹੋਵੇ। ਸਾਡੀ ਦਵਾਈ ਤੋਂ ਬਾਅਦ ਦੇਖੋ ਅਸੀਂ ਪਹਿਲੇ ਦਿਨ ਤੋਂ ਤੁਹਾਡਾ ਨਸ਼ਾ ਬੰਦ ਕਰਾ ਦਾਂਗੇ। 15 ਪਹਿਲੇ ਦਿਨ ਤੋਂ? ਹਾਂਜੀ। ਠੀਕ ਲਾ ਲਓ ਡਾਕਟਰ ਸਾਹਿਬ। ਨਹੀਂ ਸਰ, ਸਾਡੇ 10 ਸਾਲ ਹੋ ਗਏ ਨੇ ਸਰ। ਸਾਡੀ ਦਵਾਈ ਦਾ ਪਹਿਲੇ ਦਿਨ ਤੋਂ ਹੀ ਸਾਨੂੰ ਵੈਸੇ ਇੱਕ ਗੱਲ ਚਾਹੀਦੀ ਹੈ ਪੇਸ਼ੈਂਟ ਦੀ ਵੀ ਸਾਨੂੰ ਉਹ ਆਪਣੀ ਡੋਜ਼ ਸਹੀ ਦੱਸੇ। ਜਿਹੜੀ ਉਹ ਨਸ਼ਾ ਕਰ ਰਿਹਾ ਨਾ, ਕੋਈ ਵੀ ਉਹ ਨਸ਼ਾ ਕਰ ਰਿਹਾ ਸਾਨੂੰ ਪ੍ਰੋਪਰ ਡੋਜ਼ ਦੱਸੇ ਜੀ। ਮੈਂ ਜਿਹੜਾ ਤੁਸੀਂ ਮੁੰਡਾ ਬਿਠਾ ਰੱਖਿਆ ਸੀ ਉਹਦਾ ਕੀ ਕੀਤਾ ਸੀ ਤੁਸੀਂ? ਉਹਨੂੰ ਬਿਠਾਇਆ ਹੋਇਆ ਸੀ? ਕਿਹੜੇ ਮੁੰਡੇ? ਜਿਹੜਾ ਮੁੰਡਾ ਚੰਡੀਗੜ੍ਹੋਂ ਆਇਆ ਸਰ, ਉਹ ਆਪਣਾ ਬਿਠਾਇਆ ਨਹੀਂ ਸੀਗਾ ਜੀ, ਉਹ ਆਪਣੀ ਡੋਜ਼ ਦੱਸ ਰਿਹਾ ਸੀ ਮੈਨੂੰ ਵੀ ਮੈਂ 10 ਗੋਲੀਆਂ ਖਾ ਰਿਹਾ ਕਾਮਨੀ ਦੀਆਂ। ਮੈਂ ਉਹਨੂੰ ਇਹ ਪੁੱਛ ਰਿਹਾ ਸੀਗਾ ਵੀ ਭਾਈ ਦੇਖ ਲੈ, ਸਹੀ ਦੱਸ ਦੇ। ਤੁਸੀਂ ਤਾਂ ਕਹਿ ਰਹੇ ਸੀ ਵੀ ਅੱਜ ਤੋਂ ਬਾਅਦ ਇਹਨੂੰ ਲੋੜ ਹੀ ਨਹੀਂ ਪੈਣੀ। ਬਿਲਕੁਲ ਨਹੀਂ ਪਏਗੀ ਜੀ। ਤੁਸੀਂ ਬਹੁਤ ਵੱਡੀ ਗੱਲ ਹੈ ਜੀ। ਤੁਸੀਂ ਇਸ ਤਰ੍ਹਾਂ ਕਰੋ ਜੀ, ਮੈਂ ਤੁਹਾਨੂੰ ਉਸ ਲੜਕੇ ਦਾ ਨੰਬਰ ਦਿੰਦਾ, ਠੀਕ ਹੈ? ਤੁਸੀਂ 5 ਦਿਨਾਂ ਬਾਅਦ, 3 ਦਿਨਾਂ ਬਾਅਦ, 4 ਦਿਨਾਂ ਬਾਅਦ ਜਦੋਂ ਵੀ ਤੁਹਾਨੂੰ ਲੱਗੇ ਤੁਸੀਂ ਉਸ ਮੁੰਡੇ ਨੂੰ ਫੋਨ ਕਰਕੇ ਪੁੱਛੋ ਵੀ ਭਾਈ ਜਦੋਂ ਦੀ ਤੈਨੇ ਡਾਕਟਰ ਤੋਂ ਦਵਾਈ ਲਿੱਤੀ ਹੈ ਤੈਨੇ ਉਸ ਤੋਂ ਬਾਅਦ ਕਾਮਨੀ ਗੋਲੀ ਖਾਈ ਹੈ? ਜੇ ਉਹ ਤੁਹਾਨੂੰ ਕਹਿੰਦਾ ਵੀ ਮੈਂ ਕਾਮਨੀ ਗੋਲੀ ਖਾਈ ਹੈ, ਸਰ ਜੋ ਤੁਸੀਂ ਕਹੋਗੇ ਮੈਂ ਉਹ ਤੁਹਾਨੂੰ ਹਰਜਾਨਾ ਦੇਣ ਨੂੰ ਤਿਆਰ ਹਾਂ। ਇੰਨਾ ਕੌਨਫੀਡੈਂਸ? ਬਿਲਕੁਲ ਜੀ, ਸਾਨੂੰ ਸਾਡੀ ਦਵਾਈਆਂ ਤੇ ਕੌਨਫੀਡੈਂਸ ਹੈ ਜੀ। ਇਸ ਤਰ੍ਹਾਂ ਦਾ ਕੀ ਪਾਇਆ ਹੋਇਆ ਜੀ? ਸਰ, ਇਹ ਆਯੁਰਵੈਦਿਕ ਜੜੀਆਂ ਬੂਟੀਆਂ ਮਿਸ਼ਰਣ ਨੇ ਇਹ ਜੋ ਕੁਦਰਤ ਨੇ ਇੱਕ ਆਯੁਰਵੈਦਿਕ ਜੜੀਆਂ ਬੂਟੀਆਂ ਉਹਨਾਂ ਦੀ ਦੇਣ ਦੇ ਨਾਲ ਅਸੀਂ ਇਹ ਸਾਡਾ ਫਾਰਮੂਲਾ ਹੈ, ਇਹ ਇੱਕ ਜਿਹੜਾ ਅਸੀਂ ਤਿਆਰ ਕੀਤਾ ਹੋਇਆ। ਤੁਸੀਂ ਕਹਿ ਰਹੇ ਸੀ ਵੀ ਤੁਸੀਂ ਜਿਹੜਾ ਕਹੋ ਕਿ ਤੁਸੀਂ ਨਸ਼ੇ ਕਰਦੇ ਸੀ ਤੇ ਹੁਣ ਉਹ ਸੀ ਲਾ ਦਿਓ। ਹੁਣ ਤੁਸੀਂ ਇਹ ਨਾ ਕਹੋ ਵੀ ਸਾਡੇ ਕੋਲੇ ਪੇਸ਼ੈਂਟ ਆਂਦਾ ਹੈ ਨਾ ਜਦੋਂ, ਉਹ ਸਾਨੂੰ ਕਹਿੰਦਾ ਡਾਕਟਰ ਸਾਹਿਬ ਮੈਂ ਨਸ਼ਾ ਕਰਦਾ। ਉਹ ਮੈਂ ਕਿਹਾ ਤੂੰ ਐ ਨਹੀਂ ਕਹਿਣਾ ਹੁਣ ਵੀ ਮੈਂ ਨਸ਼ਾ ਕਰਦਾ, ਤੂੰ ਅੱਜ ਤੋਂ ਬਾਅਦ ਇਹ ਕਹੇਗਾ ਮੈਂ ਨਸ਼ਾ ਕਰਦਾ ਸੀ, ਮੈਂ ਤਾਂ ਛੱਡਦਾ ਨਸ਼ਾ। ਅੱਛਾ। ਹਾਂਜੀ। ਇੱਥੇ ਆਉਣ ਤੋਂ ਬਾਅਦ ਹੀ? ਹਾਂਜੀ। ਅਸੀਂ ਤਾਂ ਪਹਿਲੇ ਦਿਨ ਤੋਂ ਪੇਸ਼ੈਂਟ ਨੂੰ ਕਹਿੰਦੇ ਆ ਵੀ ਤੂੰ ਹੁਣ ਇਹ ਨਹੀਂ ਕਹਿਣਾ ਮੈਂ ਨਸ਼ਾ ਕਰਦਾ, ਤੂੰ ਤਾਂ ਬਸ ਇਹ ਕਹਿਣਾ ਜੀ ਮੈਂ ਨਸ਼ਾ ਕਰਦਾ ਸੀ। ਔਰ ਸਾਡੇ ਕੋਲ ਮੈਕਸਿਮਮ ਐਸੇ ਪੇਸ਼ੈਂਟ ਨੇ ਜਿਹੜੇ ਵਾਕਈ ਇਹੀ ਗੱਲ ਕਹਿੰਦੇ ਆ ਵੀ ਡਾਕਟਰ ਸਾਹਿਬ ਮੈਂ ਤਾਂ ਨਸ਼ਾ ਕਰਦਾ ਸੀ। ਸਾਡੇ ਕੋਲੇ ਹੋਰ ਪੇਸ਼ੈਂਟ ਉਹ ਆਪ ਖੁਦ ਲੈ ਕੇ ਆਉਂਦੇ ਆ ਵੀ ਡਾਕਟਰ ਸਾਹਿਬ ਮੈਂ ਤਾਂ ਇਸ ਦਲਦਲ ਚੋਂ ਬਾਹਰ ਕੱਢ ਲਿਆ, ਆ ਮੇਰੇ ਦੋਸਤ ਨੂੰ ਵੀ ਕੱਢੋ, ਮੇਰੇ ਭਰਾ ਨੂੰ ਵੀ ਕੱਢੋ, ਜਾਂ ਜੋ ਵੀ ਉਹਨਾਂ ਦਾ ਕੋਈ ਨੇੜੇ ਦਾ ਸੰਬੰਧੀ ਹੈ ਤਾਂ ਉਹ ਸਾਡੇ ਕੋਲੇ ਖੁਦ ਹੁਣ ਲੈ ਕੇ ਆਉਂਦੇ ਨੇ। ਸ਼ਰਤ ਕੀ ਰਹਿੰਦੀ ਹੈ? ਤੁਸੀਂ ਕਿਉਂਕਿ ਕੁਝ ਕੁ ਸ਼ਰਤਾਂ ਵੀ ਗਣਾਉਣ ਲੱਗੇ ਸੀ ਮੈਡੀਸਨ ਦੇਣ ਤੋਂ ਪਹਿਲਾਂ, ਆਪਣਾ ਨੁਸਖਾ ਟੋਟਕਾ ਦੇਣ ਤੋਂ ਪਹਿਲਾਂ, ਸ਼ਰਤਾਂ ਤੁਹਾਡੀਆਂ ਕੀ ਹੁੰਦੀਆਂ ਨੇ? ਸਰ ਦੇਖੋ, ਸਾਡੀਆਂ ਸ਼ਰਤਾਂ ਕੋਈ ਜ਼ਿਆਦਾ ਨਹੀਂ ਹੈਗੀਆਂ। ਸਾਡੀ ਸ਼ਰਤ ਸਿਰਫ 2-3 ਹੁੰਦੀਆਂ ਨੇ ਵੀ ਪਹਿਲਾਂ ਤਾਂ ਤੁਹਾਡਾ ਮਨ ਬਣਿਆ ਹੋਇਆ, ਕਿਉਂਕਿ ਅਸੀਂ ਜਿਹੜੀ ਇਹ ਤੁਹਾਨੂੰ ਦਵਾਈ ਦਿੰਦੇ ਆ ਇਹ ਕਈ ਵਾਰ ਸਾਡੇ ਕੋਲੇ ਸਾਡੀਆਂ ਮਾਵਾਂ ਭੈਣਾਂ ਕਈ ਵਾਰ ਫੋਨ ਕਰਕੇ ਕਹਿ ਦਿੰਦੀਆਂ ਵੀ ਡਾਕਟਰ ਸਾਹਿਬ ਸਾਡਾ ਮੁੰਡਾ ਤਾਂ ਨਸ਼ਾ ਛੱਡਣਾ ਨਹੀਂ ਚਾਹੁੰਦਾ, ਅਸੀਂ ਕੋਈ ਐਸੀ ਦਵਾਈ ਦੇ ਦਿਓ ਜਿਹੜੀ ਚੋਰੀ ਉਹਦੇ ਖਾਣੇ 'ਚ ਮਿਲਾ ਕੇ ਦੇ ਦਈਏ। ਤਾਂ ਮੈਂ ਇਹ ਦੱਸਣਾ ਚਾਹੁੰਦਾ ਵੀ ਜਿਹੜਾ ਚਿੱਟੇ ਦਾ ਜਾਂ ਫੀਮ ਦਾ, ਭੁੱਕੀ ਦਾ, ਗੋਲੇ ਟੀਕੀਆਂ ਦਾ ਨਸ਼ਾ ਹੈਗਾ, ਉਹ ਇਸ ਤਰ੍ਹਾਂ ਦਾ ਨਸ਼ਾ ਅਸੀਂ ਬਿਨਾਂ ਦੱਸੇ ਵਾਲੀ ਦਵਾਈ ਨਾਲ ਨਹੀਂ ਛੁਡਾ ਸਕਦੇ। ਠੀਕ ਹੈ ਜੀ। ਅਸੀਂ ਸਿਰਫ ਇੱਕ ਸ਼ਰਾਬ ਦਾ ਨਸ਼ਾ ਜ਼ਰੂਰ ਹੈ ਜਿਹੜਾ ਅਸੀਂ ਬਿਨਾਂ ਦੱਸੇ ਅਸੀਂ ਛੁਡਾ ਦਿੰਦੇ ਹਾਂ, ਲੇਕਿਨ ਜਿਹੜੇ ਤਕੜੇ ਨਸ਼ੇ ਨੇ ਇਹ ਇਸ ਤਰ੍ਹਾਂ ਦੀ ਦਵਾਈ ਨਹੀਂ ਹੈ ਵੀ ਆਪਾਂ ਥੋੜੀ ਜਿਹੀ ਦਵਾਈ ਉਹਦੇ ਖਾਣੇ 'ਚ ਮਿਲਾਈ ਤੇ ਉਹ ਨਸ਼ਾ ਛੱਡ ਦੂਗਾ। ਇਹਦੇ ਲਈ ਤਾਂ ਆਪਾਂ ਨੂੰ ਇੱਕ ਪ੍ਰੋਪਰ ਟ੍ਰੀਟਮੈਂਟ ਚੱਲਦਾ ਸਾਡਾ, ਔਰ ਉਹਦੇ ਲਈ ਸਾਨੂੰ ਪੇਸ਼ੈਂਟ ਸਭ ਤੋਂ ਪਹਿਲਾਂ ਆਪਣੀ ਪੂਰੀ ਸਹੀ ਡੋਜ਼ ਦੱਸੇ ਨਸ਼ੇ ਦੀ, ਫਿਰ ਅਸੀਂ ਉਸ ਨੂੰ ਇਹ ਦਵਾਈ ਸ਼ੁਰੂ ਕਰਾਉਂਦੇ ਹਾਂ। ਔਰ ਅਸੀਂ ਪਹਿਲੇ ਦਿਨ ਤੋਂ ਹੀ ਉਹਨੂੰ ਕਹਿੰਦੇ ਹਾਂ ਵੀ ਤੈਨੇ ਨਸ਼ਾ ਨਹੀਂ ਕਰਨਾ। ਕਾਉਂਸਲਿੰਗ ਵੀ ਨਾਲ ਕਰਦੇ ਹੋ? ਬਿਲਕੁਲ ਕਰ ਦਿੰਦੇ ਹਾਂ। ਮੈਂ ਦੇਖ ਰਿਹਾ ਸੀ ਅੱਧਾ ਘੰਟਾ ਤੁਸੀਂ ਫੋਨ ਤੇ ਦੇ ਰਹੇ ਸੀ ਪੇਸ਼ੈਂਟ। ਫੋਨ ਤੇ ਵੀ ਕਾਉਂਸਲਿੰਗ ਕਰਦੇ ਹਾਂ। ਸਾਡੇ ਕੋਲ ਜਿਹੜੇ ਪੇਸ਼ੈਂਟ ਉਹਦੇ ਨਾਲ ਸਾਡੇ ਕਈ ਆਉਂਦੇ ਆ, ਆਪਣੇ ਉਹਨਾਂ ਦੇ ਮਦਰ ਫਾਦਰ ਨਾਲ ਲੈ ਕੇ ਆਉਂਦੇ ਆ, ਤਾਂ ਅਸੀਂ ਉਹਨਾਂ ਨੂੰ ਵੀ ਬਕਾਇਦਾ ਉਸ ਚੀਜ਼ ਤੋਂ ਬਾਹਰ ਕੱਢਣ ਵਾਸਤੇ ਉਹਨਾਂ ਦੇ ਮਾਈਂਡ ਨੂੰ ਅਸੀਂ ਪ੍ਰਿਪੇਅਰ ਕਰਦੇ ਆ ਵੀ ਤੁਸੀਂ ਇਸ ਦਲਦਲ ਚੋਂ ਬਾਹਰ ਆਓ। ਬਾਕੀ ਸਾਡੀਆਂ ਦਵਾਈਆਂ ਕੰਮ ਕਰਦੀਆਂ। ਹੁਣ ਆਪਾਂ ਗੱਲ ਕਰ ਰਹੇ ਸੀਗੇ ਵੀ ਸਾਡੀਆਂ ਸ਼ਰਤਾਂ ਕੀ ਨੇ। ਸਾਡੀਆਂ ਸ਼ਰਤਾਂ ਕੀ ਨੇ? ਇੱਕ ਤਾਂ ਵੀ ਤੁਹਾਡਾ ਮਨ ਬਣਿਆ ਵਾ ਹੋਵੇ। ਦੂਸਰਾ ਸਭ ਤੋਂ ਜਿਹੜੀ ਮੇਨ ਗੱਲ ਹੈ ਵੀ ਜੇ ਤੁਹਾਡਾ ਕੋਈ ਸੰਗ ਸਾਥ ਹੈਗਾ ਮਾੜੇ ਬੰਦਿਆਂ ਨਾਲ ਜਾਂ ਜਿਹੜੇ ਨਸ਼ੇ ਕਰਦੇ ਨੇ ਜਾਂ ਕਰਾਉਂਦੇ ਨੇ, ਉਹ ਤੁਹਾਨੂੰ ਜ਼ਰੂਰ ਛੱਡਣਾ ਪਏਗਾ, ਕਿਉਂਕਿ ਜਦ ਤੱਕ ਤੁਸੀਂ ਉਹ ਸੰਗ ਨਹੀਂ ਛੱਡੋਗੇ ਤਦ ਤੱਕ ਤੁਸੀਂ ਇਸ ਨਸ਼ੇ ਦੀ ਦਲਦਲ ਤੋਂ ਬਾਹਰ ਨਹੀਂ ਆ ਸਕਦੇ। ਇਹ ਸਾਡੀ ਸਭ ਤੋਂ ਮੇਨ ਔਰ ਸਭ ਤੋਂ ਵੱਡੀ ਸ਼ਰਤ ਹੈ ਵੀ ਇਹ ਚੀਜ਼ ਤੁਹਾਨੂੰ ਕਰਨੀ ਹੀ ਕਰਨੀ ਹੈ। ਜਾਂ ਤਾਂ ਤੁਸੀਂ ਆਪਣਾ ਸਵਿਚ ਨੰਬਰ, ਆਪਣਾ ਮੋਬਾਈਲ ਨੰਬਰ ਚੇਂਜ ਕਰ ਲਓ, ਜਾਂ ਤੁਸੀਂ ਆਪਣਾ ਉਸ ਜਗ੍ਹਾ ਤੋਂ ਕਿਸੇ ਆਪਣੀ ਬੂਆ ਦੇ, ਮਾਸੀ ਦੇ ਜਾਂ ਐਸੇ ਘਰ ਚਲੇ ਜਾਓ। ਕਿੰਨੇ ਦਿਨ ਇਹ ਸਾਰਾ ਸਿਸਟਮ ਸੈੱਟ ਰੱਖਣਾ ਪਊਗਾ ਜੀ? ਸਰ ਅਸੀਂ ਤਾਂ 2 ਮਹੀਨੇ ਦੇ ਵਿੱਚ ਪੂਰੀ ਤਰ੍ਹਾਂ ਸਾਡੀ ਦਵਾਈ ਵੀ ਬੰਦ ਹੋ ਜਾਂਦੀ ਹੈ ਔਰ ਪੇਸ਼ੈਂਟ ਇਸ ਦਲਦਲ ਤੋਂ ਬਾਹਰ ਵੀ ਆ ਜਾਂਦਾ ਹੈ। ਕਿੰਨੀ ਮਿਕਦਾਰ ਤੱਕ ਤੁਹਾਡਾ ਜਿਹੜੀ ਇਹ ਤੁਹਾਡਾ ਨੁਸਖਾ ਹੈਗਾ ਇਹ ਲਾਲ ਕੈਪਸੂਲ ਨਾਲ ਕੰਮ ਕਰਦਾ ਹੈ? ਮਤਲਬ ਕਿੰਨੀ ਕੁਆਂਟੀਟੀ? ਕੋਈ ਛਟਾਂਗ ਖਾ ਰਿਹਾ ਹੈ, ਕੋਈ ਤੋਲਾ ਖਾ ਰਿਹਾ ਮਹੀਨੇ ਦਾ ਫੀਮ, ਕੋਈ ਮਤਲਬ ਅਸੀਂ ਕਹਿ ਲਈਏ ਕਿ ਟੀਕੇ ਨੇ 3-3 7-7 17 ਟੀਕੇ ਲਾਉਂਦੇ ਨੇ? ਸਰ ਦੇਖੋ, ਗੱਲ ਮੈਂ ਤੁਹਾਨੂੰ ਪਹਿਲਾਂ ਵੀ ਉਹੀ ਕੀਤੀ ਆ ਫਾਰੂਕੀ ਸਾਹਿਬ ਵੀ ਸਾਨੂੰ ਪੇਸ਼ੈਂਟ ਆਪਣੀ ਡੋਜ਼ ਦੱਸੇ।
ਠੀਕ ਹੈ ਜੀ, ਕਿਉਂਕਿ ਸਾਡੀ ਜਿਹੜੀ ਦਵਾਈ ਦੀ ਡੋਜ਼ ਹੈ ਉਹ ਉਹਨਾਂ ਦੀ ਨਸ਼ੇ ਦੀ ਡੋਜ਼ ਦੇ ਹਿਸਾਬ ਨਾਲ ਤਿਆਰ ਹੋਣੀ ਹੈ। ਠੀਕ ਹੈ ਜੀ, ਕੋਰਸ ਸਾਰਿਆਂ ਦਾ 2 ਤੋਂ 2.5 ਮਹੀਨੇ ਹੀ ਰਹੇਗਾ। ਨਸ਼ਾ ਅਸੀਂ ਪਹਿਲੇ ਦਿਨ ਤੋਂ ਛਡਾ ਦਾਂਗੇ, 2-2.5 ਮਹੀਨੇ ਬਾਅਦ ਸਾਡੀ ਦਵਾਈ ਵੀ ਬੰਦ ਹੋ ਜਾਂਦੀ ਹੈ। ਤੇ ਜੇ ਤੁਹਾਨੂੰ ਮਿਲਣਾ ਹੋਵੇ, ਰਾਬਤਾ ਤੁਹਾਡੇ ਨਾਲ ਕਰਨਾ ਹੋਵੇ, ਤੁਸੀਂ ਕਿੱਥੇ ਬੈਠੇ ਹੋ ਇਸ ਵੇਲੇ ਪਟਿਆਲੇ 'ਚ? ਸਰ ਪਟਿਆਲੇ 'ਚ ਪੁਰਾਣੇ ਬੱਸ ਸਟੈਂਡ ਦੇ ਸਾਹਮਣੇ ਸਾਡਾ ਆਨੰਦ ਦਵਾਖਾਨਾ, ਪੁਲ ਦੇ ਨਾਲ ਹੀ ਸਾਡਾ ਕਲੀਨਿਕ ਹੈ। ਸਵੇਰੇ 10 ਵਜੇ ਤੋਂ 6 ਵਜੇ ਤੱਕ ਖੁੱਲ੍ਹਾ ਹੁੰਦਾ ਹੈ। ਜਿਹੜਾ ਮੋਬਾਈਲ ਨੰਬਰ ਹੈ ਉਹ ਸਕਰੀਨ ਦੇ ਉੱਤੇ ਡਿਸਪਲੇ ਹੋ ਰਿਹਾ ਹੈ, ਤਾਂ ਤੁਸੀਂ ਫ਼ੋਨ ਤੇ ਗੱਲ ਕਰਨੀ ਹੈ ਫ਼ੋਨ ਤੇ ਵੀ ਕਰ ਸਕਦੇ ਹੋ। ਜੇ ਤੁਸੀਂ ਮਿਲ ਕੇ ਗੱਲ ਕਰਨੀ ਹੈ ਤਾਂ ਤੁਸੀਂ ਪਟਿਆਲੇ ਸਾਡੇ ਕੋਲੇ ਆ ਵੀ ਸਕਦੇ ਹੋ, ਮਿਲ ਵੀ ਸਕਦੇ ਤੇ ਹੋ। ਜਿਨ੍ਹਾਂ ਨੇ ਮੈਡੀਸਨ ਮੰਗਾਉਣੀ ਹੋਵੇ ਜੀ, ਫਿਰ ਉਹਨਾਂ ਦਾ ਕੀ ਹੈ? ਸਰ ਉਹਦੇ ਲਈ ਦੇਖੋ, ਜੇ ਤਾਂ ਤੁਸੀਂ ਜਿੱਥੇ ਵੀ ਮੈਡੀਸਨ ਮੰਗਾਉਣੀ ਹੈ, ਸਾਡੀ ਆਲ ਓਵਰ ਇੰਡੀਆ ਨਹੀਂ, ਆਲ ਓਵਰ ਵਰਲਡ ਸਾਡੇ ਕੋਲੇ ਦਵਾਈ ਜਾਂਦੀ ਹੈ। ਸਾਡੇ ਕੋਲੇ ਵਿਦੇਸ਼ਾਂ ਦੇ ਵਿੱਚ ਵੀ ਸਾਡੇ ਪੇਸ਼ੈਂਟ ਨੇ, ਉਹਨਾਂ ਨੂੰ ਅਸੀਂ ਬਾਈ ਕੋਰੀਅਰ ਦਵਾਈ ਭੇਜਦੇ ਹਾਂ। ਹਫਤੇ 10 ਦਿਨ 'ਚ ਉਹਨਾਂ ਕੋਲ ਦਵਾਈ ਪਹੁੰਚ ਜਾਂਦੀ ਹੈ। ਤੇ ਜਿਹੜੇ ਸਾਡੇ ਕੋਲੇ ਉਰੇ ਪੰਜਾਬ ਦੇ ਵਿੱਚ ਅਸੀਂ ਉਹਨਾਂ ਨੂੰ ਬਾਈ ਹੈਂਡ ਵੀ ਦਵਾਈ ਭੇਜ ਦਿੰਦੇ ਹਾਂ। ਸਾਡੇ ਪ੍ਰਾਈਵੇਸੀ ਕਰਕੇ? ਹਾਂਜੀ, ਪ੍ਰਾਈਵੇਸੀ ਕਰਕੇ। ਸਾਡੇ ਕੋਲ ਟੀਮ ਹੈਗੀ, ਸਾਡੇ ਕੋਲੇ ਆਪਣੇ ਮੁੰਡਿਆਂ ਦੀ, ਤੇ ਉਸ ਟੀਮ ਦੇ ਨਾਲ ਅਸੀਂ ਉਹਨਾਂ ਤੋਂ ਉਹਨਾਂ ਦੇ ਸ਼ਹਿਰ ਦੇ ਵਿੱਚ ਅਸੀਂ ਬੱਸ ਸਟੈਂਡ ਦੇ ਉੱਤੇ ਅਸੀਂ ਉਹਨਾਂ ਨੂੰ ਦਵਾਈ ਮੁਹੱਈਆ ਕਰਾਉਂਦੇ ਹਾਂ, ਤੇ ਉਸ ਬੱਸ ਸਟੈਂਡ ਤੇ ਆ ਕੇ ਆਪਣੀ ਦਵਾਈ ਲੈ ਲੈਂਦੇ ਹਾਂ। ਜੀ ਬਹੁਤ ਬਹੁਤ ਜੀ। ਜਿਹੜੇ ਕੋਈ ਸਾਡੇ ਕੋਲੇ ਜ਼ਿਆਦਾ ਦੂਰ ਦੇ ਨੇ ਉਹਨਾਂ ਨੂੰ ਅਸੀਂ ਬਾਈ ਕੋਰੀਅਰ ਜਾਂ ਬਾਈ ਸਪੀਡ ਪੋਸਟ। ਜੀ ਹਾਂਜੀ, ਬਹੁਤ ਬਹੁਤ ਸ਼ੁਕਰੀਆ ਜੀ। ਸਾਰਾ ਫਾਰਮੂਲਾ ਨੁਸਖਾ ਦੇਣ ਵਾਸਤੇ ਮੈਨੂੰ ਲੱਗਦਾ ਹੁੰਦਾ ਵੈ ਜੀ, ਜੇਕਰ ਅਸੀਂ ਇੱਕ ਪਰਿਵਾਰ ਹੀ ਬਚਾ ਲਈਏ ਇਸ ਨੁਸਖੇ ਨਾਲ, ਤੇ ਸਾਡੀ ਵੀਡੀਓ ਬਣਾਉਣ ਦਾ ਮਕਸਦ ਹੈ ਜਿਹੜਾ ਉਹ ਪੂਰਾ ਹੋ ਗਿਆ। ਜੀ ਤੁਸੀਂ ਸਮਾਂ ਦਿੱਤਾ, ਇਸ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਧੰਨਵਾਦ ਜੀ, ਥੈਂਕ ਯੂ। ਸੋ ਇਹ ਸਨ ਵੈਦ ਗੁਪਤਾ ਜੀ, ਜਿਨ੍ਹਾਂ ਨੇ ਦੱਸਿਆ ਕਿ ਕਿਸ ਤਰੀਕੇ ਨਾਲ ਅਸੀਂ ਆਪਣੇ ਬੱਚਿਆਂ ਦੀ ਜ਼ਿੰਦਗੀ ਬਦਲ ਸਕਦੇ ਹਾਂ, ਉਹਨਾਂ ਦਾ ਮਨ ਜਿਹੜਾ ਇਹਨਾਂ ਨੁਸਖਿਆਂ ਦੇ ਜ਼ਰੀਏ ਬਣਾ ਸਕਦੇ। ਔਰ ਉਹਨਾਂ ਦਾ ਕਹਿਣਾ ਹੈ ਕਿ ਜਿੰਨਾ ਮਰਜ਼ੀ ਪੁਰਾਣੇ ਤੋਂ ਪੁਰਾਣਾ ਨਸ਼ੇੜੀ ਹੋਵੇ, ਅਸੀਂ ਨਸ਼ੇੜੀ ਤਾਂ ਕਹਿ ਲੈਂਦੇ, ਚਲੋ ਇੱਕ ਕਹਿਣ ਦੀ ਗੱਲ ਹੈ, ਜਿੰਨਾ ਮਰਜ਼ੀ ਪੁਰਾਣਾ ਰੋਗੀ ਹੋਵੇ, ਜਿਹਨੂੰ ਇਹ ਰੋਗ ਲੱਗਿਆ ਹੋਵੇ ਨਸ਼ੇ ਦਾ, ਉਸ ਨੂੰ ਕੁਝ ਹੀ ਦਿਨਾਂ ਦੇ ਵਿੱਚ ਜਿਹੜਾ ਇਹਨਾਂ ਦਾ ਫਾਰਮੂਲਾ ਨੁਸਖਾ ਹੈ, ਜਿਹੜਾ ਇਹਨਾਂ ਕੋਲ ਮੈਡੀਸਨ ਹੈ, ਉਹ ਉਸ ਨੂੰ ਫਰਕ ਜਿਹੜੀ ਉਹ ਪਾ ਦਿੰਦੀ ਹੈ। ਸੋ ਫਿਲਹਾਲ ਇਹ ਵੀਡੀਓ ਬਾਬਤ ਤੁਹਾਡੀ ਰਾਏ ਕੀ ਹੈ, ਇਸ ਬਾਬਤ ਵੀ ਤੁਸੀਂ ਕਮੈਂਟ ਬਾਕਸਾਂ ਦੇ ਵਿੱਚ ਸਾਨੂੰ ਜ਼ਰੂਰ ਦੱਸਿਓ। ਪਰ ਇੱਕ ਵਾਰ ਫਿਰ ਮੈਂ ਹਮੇਸ਼ਾ ਦੀ ਤਰ੍ਹਾਂ ਤੁਹਾਨੂੰ ਦੱਸਦਾ ਕਿ ਸਾਡਾ ਇਹ ਵੀਡੀਓ ਬਣਾਉਣ ਦਾ ਪਰਪਸ ਕਿਸੇ ਦਾ ਇਲਾਜ ਕਰਨਾ, ਕਿਸੇ ਦਾ ਇਲਾਜ ਕਰਵਾਉਣਾ ਨਹੀਂ ਹੈ, ਸਗੋਂ ਸਾਡਾ ਪਰਪਸ ਇਹਦਾ ਐਜੂਕੇਟਿਵ ਹੁੰਦਾ ਹੈ। ਅਗਰ ਤੁਸੀਂ ਕੋਈ ਟੋਟਕਾ, ਕੋਈ ਫਾਰਮੂਲਾ, ਕੋਈ ਨੁਸਖਾ ਅਪਣਾਉਣੇ ਹੋ, ਤਾਂ ਸਾਡੀ ਹਮੇਸ਼ਾ ਹੀ ਇਹ ਸਲਾਹ ਹੁੰਦੀ ਹੈ ਕਿ ਤੁਸੀਂ ਚੰਗੇ ਫਿਜ਼ੀਸ਼ੀਅਨ, ਚੰਗੇ ਡਾਕਟਰ, ਚੰਗੇ ਵੈਦ ਹਕੀਮ ਦੀ ਸੁਪਰਵਿਜ਼ਨ 'ਚ ਵੀ ਜਿਹੜਾ ਇਹ ਸਾਰੇ ਫਾਰਮੂਲੇ ਟੋਟਕੇ ਨੇ ਉਹ ਤੁਸੀਂ ਅਪਣਾਓ, ਕਿਉਂਕਿ ਘੱਟ ਵੱਧ ਮਿਕਦਾਰ ਜਿਹੜੀ ਤੁਹਾਨੂੰ ਫਾਇਦੇ ਦੀ ਥਾਂ ਤੇ ਨੁਕਸਾਨ ਕਰ ਸਕਦੀ ਹੈ। ਧੰਨਵਾਦ।